ਡਾਕਟਰ ਅਮਰਜੀਤ ਸਿੰਘ ਗੋਰਕੀ ਦਾ ਨਾਵਲ ਜਿੱਥੇ ਗਈਆਂ ਬੇੜੀਆਂ ਦਾ ਪਹਿਲਾ ਭਾਗ 10ਵਾਂ ਅੰਗ। ਕਾਲਜ 'ਚ ਜਦੋਂ ਕੁੰਦਨ ਦਾਖਲ ਹੋਇਆ ਸੀ ਉਦੋਂ ਭਾਗੋ ਮੱਲ ਲਾਰੀ ਦੇ ਚੌਂਕ 'ਚ ਲੱਦਾ ਮੱਲ ਦੇ ਮਕਾਨ 'ਚ ਰਹਿਣ ਵਾਲੇ ਕੁੰਦਨ ਕੋਲ 2 ਪਜਾਮੇ ਤੇ 2 ਕਮੀਜ਼ਾਂ ਹੁੰਦੀਆਂ ਸਨ। ਉਹੀ ਧੋਣੇ ਉਹੀ ਪਾਣੇ। ਸਿਆਲਾਂ 'ਚ ਸਵੈਟਰ ਤਾਈ ਨੇ ਉਣ ਕੇ ਘੱਲ ਦਿੱਤਾ ਸੀ ਤੇ ਪਹਿਲਾਂ ਗੁਰਦਾਸ ਮੱਲ ਚੱਡਾ ਤੇ ਫਿਰ ਓਮ ਪ੍ਰਕਾਸ਼ ਨਾਲ ਮੇਲ ਜੋਲ ਹੋਣ ਕਰਕੇ ਕੁੰਦਨ ਆਪਣੇ ਆਪ ਨੂੰ ਸੋਸ਼ਲਿਸਟ ਕਹਿੰਦਾ ਸੀ। ਓਮ ਪ੍ਰਕਾਸ਼ ਕਹਿੰਦਾ ਹੁੰਦਾ ਸੀ, ਅਸੀਂ ਸੋਸ਼ਲਿਜ਼ਮ ਨੂੰ ਮੰਨਦੇ ਹਾਂ, ਮਾਰਕਸਿਜ਼ਮ ਨੂੰ ਨਹੀਂ। ਅਸੀਂ ਰਾਮ ਮਨੋਹਰ ਲੋਹੀਆ ਤੇ ਜੈ ਪ੍ਰਕਾਸ਼ ਨੂੰ ਮੰਨਦੇ ਹਾਂ, ਸਟਾਲਨ ਨੂੰ ਨਹੀਂ। ਪਰ ਕੁੰਦਨ ਨੂੰ ਹਾਲੀ ਇਹਨਾਂ ਬਰੀਕੀਆਂ ਦੀ ਸਮਝ ਨਹੀਂ ਸੀ। ਉਹਦੇ ਲਈ ਗਰੀਬੀ ਬੜੀ ਵੱਡੀ ਹਕੀਕਤ ਸੀ। ਥੋੜ੍ਹਾਂ ਦਾ ਤਰਸੇਵਾਂ ਸਭ ਤੋਂ ਵੱਡਾ ਤਜਰਬਾ ਸੀ ਤੇ ਮੁਹੱਬਤ ਦੀ ਤਾਂਘ ਤੇ ਅਪੂਰਤੀ ਸਭ ਤੋਂ ਵੱਡਾ ਜਜ਼ਬਾ ਸੀ। ਜਦੋਂ ਸਟੂਡੈਂਟ ਫੈਡਰੇਸ਼ਨ ਵਾਲਿਆਂ ਨੇ ਉਹਨੂੰ ਆਪਣੇ ਵਿੱਚ ਸ਼ਾਮਲ ਹੋਣ ਲਈ ਕਿਹਾ ਤਾਂ ਉਹਨੂੰ ਆਪਣੇ ਇਕੱਲੇ ਹੀ ਸਾਰੇ ਕਾਲਜ ਵਿੱਚ ਸੋਸ਼ਲਿਸਟ ਹੋਣ ਦਾ ਅਹਿਸਾਸ ਹੋਇਆ। ਉਹਨੇ ਕਿਹਾ, ਮੈਂ ਤੇ ਸੋਸ਼ਲਿਸਟ ਹਾਂ ਤੇ ਤੁਸੀਂ ਕਮਿਊਨਿਸਟ। ਇੰਜੇ ਤੂੰ ਸਟੂਡੈਂਟ ਫੈਡਰੇਸ਼ਨ 'ਚ ਆ ਜਾ, ਤੂੰ ਸਾਰੇ ਮੁਖਾਲਫ ਬੰਦੇ ਭਰਤੀ ਕਰ ਦੇ ਤੇ ਸਾਨੂੰ ਕੱਢ ਦੇ। ਕੁੰਦਨ ਨੂੰ ਗੱਲ ਜੱਚ ਗਈ। ਉਹ ਤੇ 1-2 ਹੋਰ ਕਮਿਊਨਿਸਟ ਵਿਰੋਧੀਆਂ ਨੇ ਰਲ ਕੇ 300-350 ਭਰਤੀ ਕਰ ਲਏ। ਕੁੱਲ ਸਾਰੇ ਵਿਦਿਆਰਥੀ 450 ਸੀ। ਸੋਸ਼ਲਿਸਟਾਂ ਨੇ ਮੀਟਿੰਗ ਕੀਤੀ ਤੇ ਫੈਸਲਾ ਹੋਇਆ ਕਿ ਕਮਿਊਨਿਸਟਾਂ ਨੂੰ ਕੱਢ ਕੇ ਸਟੂਡੈਂਟ ਫੈਡਰੇਸ਼ਨ ਤੇ ਕਬਜ਼ਾ ਕਰ ਲਈਏ। ਇਹਦੇ ਵਾਸਤੇ ਸਕੀਮ ਇਹ ਬਣੀ ਕਿ ਨਵੀਂ ਚੋਣ ਕਰਾਉਣ ਦਾ ਰੌਲਾ ਪਾਇਆ ਜਾਏ। ਕਮਿਊਨਿਸਟ ਨੇ ਵੀ ਆਪਣੀ ਮੀਟਿੰਗ ਕੀਤੀ। ਸਾਹਿਰ ਲੁਧਿਆਣਵੀ ਉਸ 'ਚ ਸ਼ਾਮਲ ਹੋਇਆ। ਕੁੰਦਨ ਉਂਝ ਤੇ ਸਾਹਿਰ ਦੀ ਸ਼ਾਇਰੀ ਦਾ ਮਦਾਹ ਸੀ, ਪਰ ਇੱਥੇ ਉਹ ਇੱਕ ਦੂਜੇ ਦੇ ਵਿਰੋਧੀ ਧੜੇ ਨਾਲ ਖੜੇ ਸਨ। ਕੁੰਦਨ ਨੂੰ ਅਫਸੋਸ ਹੋਇਆ ਕਿ ਸੋਚੀ ਪੈ ਗਿਆ ਕਿ ਇਹ ਗੱਲ ਕਿਵੇਂ ਬਣੀ। ਉਹਦੇ ਵਿਚਾਰ ਸਾਹਿਰ ਨਾਲ ਮਿਲਦੇ ਸਨ, ਉਹਦੀ ਸ਼ਾਇਰੀ ਪਸੰਦ ਸੀ, ਪਰ ਧੜੇ ਉਹਨਾਂ ਦੇ ਵੱਖਰੇ ਵੱਖਰੇ ਸੀ। ਕੀ ਸਾਨੂੰ ਇੱਕੋ ਧੜੇ 'ਚ ਨਹੀਂ ਹੋਣਾ ਚਾਹੀਦਾ? ਇੱਕ ਸੰਘੀ ਲੀਡਰ ਵੀ ਕਾਲਜ ਯੂਨੀਅਨ ਦੀਆਂ ਚੋਣਾਂ ਵੇਲੇ ਸੰਘੀ ਹਿੰਦੂਆਂ ਨੂੰ ਸਟੂਡੈਂਟਸ ਫੈਡਰੇਸ਼ਨ ਦੀ ਵਿਰੋਧਤਾ ਦੀ ਪ੍ਰੇਰਨਾ ਦੇਣ ਆਇਆ। ਉਹਨਾਂ ਸੋਚਿਆ ਕਿ ਜੇ ਅਸੀਂ ਕੁੰਦਨ ਨੂੰ ਤੋੜ ਲਈਏ ਤਾਂ ਕਮਿਊਨਿਸਟਾਂ ਨੂੰ ਹਰਾਇਆ ਜਾ ਸਕਦਾ ਹੈ। ਉਹਨੇ ਕੁੰਦਨ ਨੂੰ ਇਕੱਲਿਆਂ ਲਿਜਾ ਕੇ ਗੱਲਾਂ ਕੀਤੀਆਂ, ਤੂੰ ਕਮਿਊਨਿਸਟ ਹੋ ਗਿਆ? ਨਹੀਂ ਤੇ ਇਹ ਤੇ ਤੁਹਮਤ ਵਾਲੀ ਗੱਲ ਹੈ। ਤੇ ਇਹ ਸਟੂਡੈਂਟ ਫੈਡਰੇਸ਼ਨ ਵੀ ਤੇ ਕਮਿਊਨਿਸਟਾਂ ਦੀ ਜਥੇਬੰਦੀ ਹੈ। ਮੈਨੂੰ ਨਹੀਂ ਪਤਾ, ਮੈਨੂੰ ਤੇ ਇੰਨਾ ਪਤਾ ਹੈ ਕਿ ਉਹ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਕਰਦੇ, ਉਹ ਤੇ ਆਜ਼ਾਦੀ ਦੀ ਗੱਲ ਕਰਦੇ ਨੇ ਤੇ ਫਿਰਕਾਦਾਰਾਨਾ ਇਤਿਹਾਦ ਦੀਆਂ ਗੱਲਾਂ ਕਰਦੇ ਨੇ, ਕੌਮੀ ਰਾਜ ਦੀਆਂ ਗੱਲਾਂ ਕਰਦੇ ਨੇ। ਇਹਨਾਂ ਦੀਆਂ ਇਹੀ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਨੇ, ਪਰ ਮੈਂ ਉਹਨਾਂ ਦੇ ਨਾਲ ਨਹੀਂ। ਉਂਝ ਵੀ ਜਿੱਥੇ ਸ਼ਹਿਰ ਸਾਹਿਰ ਵਰਗਾ ਸ਼ਾਇਰ ਉਹਨਾਂ ਦੇ ਨਾਲ ਏ, ਉੱਥੇ ਤੇਰੇ ਵੱਲ ਦੀਆਂ ਫਿਰਕਾਦਾਰਾਨਾ ਗੱਲਾਂ ਬੜੀਆਂ ਕਮੀਨੀਆਂ ਲੱਗਦੀਆਂ ਨੇ। ਉਹ ਸੰਘੀ ਕੁੰਦਨ ਦਾ ਖਹਿੜਾ ਛੱਡ ਗਿਆ। ਪਰ ਜਦੋਂ ਮਿਲਾਪ ਦੇ ਐਡੀਟਰ ਯਸ਼ ਵੱਲੋਂ ਕੁੰਦਨ ਨੂੰ ਸੱਦਾ ਆਇਆ ਤਾਂ ਉਹਦੇ ਮਨ 'ਚ ਇੱਕ ਉਮਾਹ ਜਾਗ ਪਿਆ। ਯਸ਼ ਨੂੰ ਲਾਹੌਰ ਹੀ ਪਤਾ ਲੱਗ ਗਿਆ ਸੀ ਕਿ ਲੁਧਿਆਣੇ 'ਚ ਇੱਕ ਮੁੰਡਾ ਨਵਾਂ ਉੱਠਿਆ। ਉਹਨੇ ਲਿਖਿਆ, ਲਾਹੌਰ ਆਵੇਂ ਤੇ ਮਿਲੀ, ਤੇ ਜੇ ਹੋ ਸਕੇ ਤਾਂ ਉਚੇਚਾ ਆ ਜਾ। ਪਰ ਲੈ ਕੇ ਜਾਣ ਵਾਲੇ ਕਮਿਊਨਿਸਟ ਸਨ। ਉਹਨਾਂ ਨੇ ਉਹਨੂੰ ਯਸ਼ ਵੱਲ ਜਾਣ ਦਾ ਮੌਕਾ ਹੀ ਨਹੀਂ ਦਿੱਤਾ। ਓਮ ਪ੍ਰਕਾਸ਼ ਨੇ ਯਸ਼ ਦੀ ਚਿੱਠੀ ਦਾ ਜ਼ਿਕਰ ਸੁਣ ਕੇ ਉਹਨੂੰ ਮੁਬਾਰਕਬਾਦ ਦਿੱਤੀ ਕਿ ਹੁਣ ਤੂੰ ਵੱਡੇ ਲੀਡਰਾਂ ਦੀ ਨਜ਼ਰ 'ਚ ਆ ਗਿਆ, ਤੇਰਾ ਹੁਣ ਨਾਂ ਹੋ ਜਾਏਗਾ। ਹਾਲੀ ਕਾਂਗਰਸੀ ਹਿੰਦੁਸਤਾਨ ਛੋੜੋ ਲਹਿਰ ਵੇਲੇ ਕੈਦ ਹੋਏ ਛੁੱਟ ਕੇ ਨਹੀਂ ਸੀ ਆਏ। ਉਹਨਾਂ 'ਤੇ ਪਾਬੰਦੀ ਸੀ। ਜਿਹੜੇ ਕੰਮ ਕਰਦੇ ਸਨ ਉਹ ਲੁਕ ਛਿਪ ਕੇ ਕਾਰੇ ਕਰਦੇ ਸਨ। ਮਹਿਲਾ ਮੰਡਲ ਵਰਗੇ ਕੰਮ ਕਰਨ ਵਾਲਿਆਂ ਨੂੰ ਪੁਲਿਸ ਉਹਨਾਂ ਚਿਰ ਕੁਝ ਨਹੀਂ ਸੀ ਕਹਿੰਦੀ ਜਿੰਨਾ ਚਿਰ ਉਹ ਜਲੂਸ ਕੱਢ ਕੇ ਪਿਕਟਿੰਗ ਨਾ ਕਰਨ। ਤੇ ਰੰਜਨਾਪੁਰੀ ਜਾਂ ਹੋਰ ਨਵੀਆਂ ਲੀਡਰਾਂ ਨੇ ਇਹੋ ਜਿਹਾ ਕੋਈ ਕੰਮ ਨਹੀਂ ਸੀ ਕੀਤਾ, ਸਿਵਾਏ ਇਹਦੇ ਕਿ ਉਹ ਗ੍ਰਿਫਤਾਰ ਹੋਏ ਕਾਂਗਰਸੀ ਵਰਕਰਾਂ ਦੇ ਘਰੀਂ ਜਾਂਦੀਆਂ ਸਨ ਤੇ ਜੇ ਕੋਈ ਉਹਨਾਂ 'ਚੋਂ ਲੋੜਵੰਦ ਹੁੰਦੀ ਸੀ ਤਾਂ ਉਹਦੀ ਮਦਦ ਕਰਦੀਆਂ ਸਨ। ਕਮਿਊਨਿਸਟ ਉਦੋਂ ਤੱਕ ਜਰਮਨੀ ਵੱਲੋਂ ਰੂਸ ਉੱਤੇ ਹਮਲਾ ਕਰਨ ਕਰਕੇ ਹਕੂਮਤ ਦੀਆਂ ਨਜ਼ਰਾਂ 'ਚ ਘੱਟ ਖਤਰਨਾਕ ਹੋ ਗਏ ਸਨ, ਸਗੋਂ ਹਕੂਮਤ ਤੇ ਉਹਨਾਂ ਨੂੰ ਆਪਣਾ ਮਦਦਗਾਰ ਸਮਝਣ ਲੱਗ ਪਈ ਸੀ। ਓਮ ਪ੍ਰਕਾਸ਼ ਤੇ ਕਹਿੰਦਾ ਸੀ ਕਿ ਕਮਿਊਨਿਸਟਾਂ ਦਾ ਆਪਣਾ ਦਿਮਾਗ ਹੀ ਕੋਈ ਨਹੀਂ, ਇਹ ਤੇ ਰੂਸ ਦੇ ਇਸ਼ਾਰਿਆਂ ਤੇ ਨੱਚਦੇ ਨੇ। ਇਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਜਰਮਨੀ ਨਾਲ ਰੂਸੀ ਜੰਗ ਵਿੱਚ ਮਦਦ ਤੋਂ ਇਲਾਵਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਇਹਨਾਂ ਦਾ ਪਹਿਲਾ ਫਰਜ਼ ਹੈ। ਪਰ ਇਹ ਗਾਂਧੀ ਨਾਲੋਂ ਵਧੇਰੇ ਗਾਂਧੀਵਾਦ ਨੇ। ਦੁਸ਼ਮਣ ਦੀ ਮਦਦ ਕਰੋ ਤਾਂ ਉਹ ਤੁਹਾਡੇ ਤੇ ਤਰਸ ਕਰਕੇ ਤੁਹਾਨੂੰ ਤੁਹਾਡਾ ਹੱਕ ਦੇ ਦੇਵੇ। ਭਲਾ ਇਹਨਾਂ ਨੂੰ ਪੁੱਛੋ। ਕੁੰਦਨ ਨੂੰ ਆਪ ਲਾਹੌਰ ਦੀ ਵਾਕਫੀਅਤ ਨਹੀਂ ਸੀ। ਉਹਦੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਕਿ ਉਹ ਆਪ ਆਪਣਾ ਟਾਂਗਾ ਕਰਕੇ ਮਰਜ਼ੀ ਨਾਲ ਕਿਧਰੇ ਆ ਜਾ ਸਕਦਾ। ਉਹਨੂੰ ਇਹ ਡਰ ਸੀ ਕਿ ਜੇ ਉਹ ਨਾਲ ਆਏ ਕਮਿਊਨਿਸਟਾਂ ਨਾਲੋਂ ਵਿਛੜ ਗਿਆ ਤਾਂ ਵਾਪਸ ਲੁਧਿਆਣੇ ਕਿਵੇਂ ਅਪੜੇਗਾ। ਇਸ ਲਈ ਜਿੱਥੇ ਉਹ ਲੈ ਗਏ ਉੱਥੇ ਚਲਾ ਗਿਆ। ਹੁਣ ਜੋ ਉਸ ਦਿਨ ਫਿਰ ਇੱਕ ਵਾਰੀ ਆਪਣੀ ਗਰੀਬੀ ਦਾ ਤਿੱਖਾ ਅਹਿਸਾਸ ਹੋਇਆ। ਬੰਦਾ ਪੈਸਿਆਂ ਕੋਲੋਂ ਦੂਜਿਆਂ ਦਾ ਮੁਹਤਾਜ ਬਣ ਜਾਂਦਾ, ਪਰ ਜਿਹੜਾ ਲੈਕਚਰ ਉਹਨੇ ਉੱਥੇ ਸੁਣਿਆ ਉਹ ਸੁਣ ਕੇ ਉਹਨੂੰ ਲੂੰ 'ਚ ਬਿਜਲੀ ਦੌੜ ਗਈ ਸੀ।
ਉਹਨੂੰ ਇੰਜ ਲੱਗਾ ਇਹ ਲੋਕ ਤੇ ਗੱਲਾਂ ਹੀ ਮੇਰੇ ਦਿਲ ਦੀਆਂ ਕਰਦੇ ਨੇ। ਆਪਣੇ ਜੋਸ਼ ਦੇ ਬਾਵਜੂਦ ਉਹਨੇ ਕਦੀ ਉਹ ਗਰਮ ਗੱਲਾਂ ਨਹੀਂ ਸੀ ਸੋਚੀਆਂ ਜਾਂ ਉਹਨੂੰ ਸੁਝੀਆਂ ਜਿਹੜੀਆਂ ਕਮਿਊਨਿਸਟਾਂ ਦੇ ਸਟੱਡੀ ਸਰਕਲ 'ਚ ਉਹਨੂੰ ਪਹਿਲੀ ਵਾਰੀ ਸੁਣਨ ਨੂੰ ਮਿਲੀਆਂ। ਜਰਮਨੀ ਦੇ ਹਮਲੇ ਕਰਕੇ ਕਮਿਊਨਿਸਟਾਂ ਦੀ ਬਦਲੀ ਨੀਤੀ ਦਾ ਕੁੰਦਨ ਨੂੰ ਕੋਈ ਪਤਾ ਨਹੀਂ ਸੀ, ਪਰ ਇਹ ਗੱਲ ਉਹਨੂੰ ਪਹਿਲੀ ਵਾਰੀ ਉੱਥੇ ਲਾਹੌਰ ਵਾਲੇ ਸਟੱਡੀ ਸਰਕਲ 'ਚ ਸਮਝ ਆਈ ਕਿ ਗਾਂਧੀ ਐਨ ਸੰਕਟ ਦੀ ਘੜੀ ਵੇਲੇ ਅੰਗਰੇਜ਼ਾਂ ਨਾਲ ਸਮਝੌਤਾ ਕਰ ਲੈਂਦਾ ਹੈ ਤੇ ਲਹਿਰ ਨੂੰ ਆਪਣੇ ਹੱਥੋਂ ਨਹੀਂ ਨਿਕਲਣ ਦੇਣਾ ਚਾਹੁੰਦਾ। ਤੇ ਅੱਜ ਕੱਲ੍ਹ ਗਾਂਧੀ ਜੰਗ ਸਦਕਾ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੋੜੋ ਦਾ ਨਾਅਰਾ ਲਾ ਕੇ ਪਰੇਸ਼ਾਨ ਤੰਗ ਕਰ ਰਿਹਾ ਹੈ। ਇੰਜ ਉਹ ਸਿੱਧੇ ਤੌਰ ਤੇ ਜਰਮਨੀ ਦੀ ਮਦਦ ਕਰ ਰਿਹਾ ਹੈ। ਉਹ ਸਟੱਡੀ ਸਰਕਲ ਦੀਆਂ ਗੱਲਾਂ ਸੁਣ ਕੇ ਉਹਦੇ ਮਨ 'ਚੋਂ ਇੱਕ ਹੌਕਾ ਜਿਹਾ ਨਿਕਲਿਆ, ਕਾਸ਼ ਰੰਜਨਾ ਵੀ ਉਹਦੇ ਨਾਲ ਲਾਹੌਰ ਆ ਸਕਦੀ। ਪਰ ਕੁੰਦਨ ਨੂੰ ਨਹੀਂ ਸੀ ਪਤਾ ਕਿ ਉਹ ਜਿਸ ਅਮੀਰ ਬਾਪ ਦੀ ਬੇਟੀ ਸੀ ਉਸ ਘਰ 'ਚ ਕਾਂਗਰਸ ਤੇ ਪ੍ਰਵਾਨ ਸੀ, ਪਰ ਕਮਿਊਨਿਸਟ ਹੋਣਾ ਉਨਾ ਹੀ ਅਪਰਵਾਨ ਸੀ ਜਿੰਨਾ ਕਿ ਕੁੜੀ ਦਾ ਘਰੋਂ ਕਿਸੇ ਆਸ਼ਿਕ ਨਾਲ ਨੱਠ ਜਾਣਾ। ਉਹ ਸਟੱਡੀ ਸਰਕਲ 'ਚ ਸੋਹਣ ਸਿੰਘ ਜੋਸ਼, ਕਰਮ ਸਿੰਘ ਮਾਨ ਤੇ ਸਤਪਾਲ ਡਾਂਗ ਸੀ। ਸਾਰੇ ਵੱਖਰੇ ਵੱਖਰੇ ਵਿਸ਼ਿਆਂ ਤੇ ਬੋਲਦੇ। ਕਿਹੜੀ ਗੱਲ ਦੂਜੀ ਸਪਸ਼ਟ ਨਾ ਕਰ ਸਕਦੇ ਉਹ ਗੱਲ ਸਤਪਾਲ ਡਾਂਗ ਸਪਸ਼ਟ ਕਰ ਦਿੰਦਾ। ਉਹਦੀ ਸਪਸ਼ਟਤਾ ਨੂੰ ਵੇਖ ਕੇ ਕੁੰਦਨ ਸ਼ਸ਼ ਕਰ ਉੱਠਿਆ। ਪਹਿਲੀ ਵਾਰੀ ਉਹਨੂੰ ਪਤਾ ਲੱਗਾ ਕਿ ਕਮਿਊਨਿਜ਼ਮ ਕਿਸ ਬਲਾ ਦਾ ਨਾਂ ਹੈ। ਓਮ ਪ੍ਰਕਾਸ਼ ਦੀਆਂ ਕਈਆਂ ਗੱਲਾਂ ਵਿੱਚੋਂ ਉਹਨੂੰ ਪਾਰਟੀਬਾਜ਼ੀ ਦੀ ਝਲਕ ਨਜ਼ਰ ਆਉਣ ਲੱਗ ਪਈ। ਵਾਪਸ ਲੁਧਿਆਣੇ ਆ ਕੇ ਉਹਨੇ ਸਟੂਡੈਂਟ ਫੈਡਰੇਸ਼ਨ ਉੱਤੇ ਸੋਸ਼ਲਿਸਟਾਂ ਦੇ ਕਬਜ਼ੇ ਦਾ ਖਿਆਲ ਹੀ ਛੱਡ ਦਿੱਤਾ। ਸਗੋਂ ਸਟੂਡੈਂਟ ਫੈਡਰੇਸ਼ਨ ਵਾਲਿਆਂ ਨੂੰ ਕਹਿਣ ਲੱਗਾ ਕਿ ਮੈਨੂੰ ਵੀ ਕਮਿਊਨਿਸਟ ਪਾਰਟੀ 'ਚ ਸ਼ਾਮਲ ਕਰ ਲਓ। ਉਹਨਾਂ ਵਿੱਚੋਂ ਓਮੀ ਸੱਭਰਵਾਲੀ ਕਹਿਣ ਲੱਗਾ, ਪਹਿਲਾਂ ਤੂੰ ਸਾਡੇ ਖਿਲਾਫ ਸੀ, ਹੁਣ ਕਿਵੇਂ ਮੰਨੀਏ ਕਿ ਤੂੰ ਸੱਚੇ ਮਨੋਂ ਬਦਲ ਗਿਆ। ਕੁੰਦਨ ਨੂੰ ਇਹ ਗੱਲ ਮਾੜੀ ਲੱਗੀ ਕਿ ਓਮੀ ਨੇ ਉਹਦੀ ਸ਼ਰਧਾ ਤੇ ਸ਼ੱਕ ਕੀਤਾ ਸੀ, ਪਰ ਉਹਦੇ ਮਨ ਦੀ ਸਥਿਤੀ ਇਹੋ ਜਿਹੀ ਸੀ ਕਿ ਉਹ ਓਮੀ ਦੀ ਗੱਲ ਕਰਕੇ ਪਾਰਟੀ 'ਚ ਸ਼ਾਮਲ ਹੋਣ ਦੇ ਇਰਾਦੇ ਨੂੰ ਨਹੀਂ ਸੀ ਬਦਲਣਾ ਚਾਹੁੰਦਾ। ਪਰ ਜਦੋਂ ਉਹਨੇ ਕਿਹਾ ਤੂੰ ਫਜ਼ੂਲ ਦੀਆਂ ਗੱਲਾਂ ਛੱਡ, ਆ ਜਾ ਸਟੂਡੈਂਟ ਫੈਡਰੇਸ਼ਨ 'ਚ ਕੰਮ ਕਰਦੇ ਹਾਂ, ਆਪੇ ਪਾਰਟੀ ਨੂੰ ਪਤਾ ਲੱਗ ਜਾਣਾ ਕਿ ਇੱਕ ਹੋਰ ਸੱਚਾ ਵਰਕਰ ਪੈਦਾ ਹੋ ਗਿਆ। ਰਜਨੀ ਪਾਮਦੱਤ ਦੀ ਕਿਤਾਬ ਇੰਡੀਆ ਟੂਡੇ ਨੇ ਉਹਦੇ ਦਿਮਾਗ 'ਚ ਕਮਿਊਨਿਜ਼ਮ ਬਾਰੇ ਚਾਨਣ ਦਾ ਪਟਾਰਾ ਖੋਲ੍ਹਤਾ। ਪਹਿਲਾਂ ਉਹਨੇ ਆਪ ਉਹ ਕਿਤਾਬ ਪੜ੍ਹੀ ਤੇ ਫਿਰ ਰੰਜਨਾ ਨੂੰ ਪੜ੍ਹਨ ਲਈ ਦਿੱਤੀ। ਪਹਿਲਾ ਭਾਗ 11ਵਾਂ ਅੰਗ। ਬਬਲੀ ਤੇ ਬਿਮਲਾ ਜ਼ਿੰਦਗੀ 'ਚ ਆਈਆਂ ਤੇ ਚਲੀਆਂ ਗਈਆਂ। ਸਿਰਫ ਉਹਨਾਂ ਦੀ ਯਾਦ ਕਦੀ ਕਦਾਈ ਆ ਜਾਂਦੀ। ਰੋਮਾਂਟਿਕ ਹੀਰੋ ਵਾਂਗ ਉਹ ਕਦੀ ਬੈਠਾ ਬੈਠਾ ਉਹਨਾਂ ਦੀ ਯਾਦ 'ਚ ਗੁਆਚ ਜਾਂਦਾ ਸੀ। ਕਦੀ ਰੰਜਨਾ ਵੱਲੋਂ ਹੋਰ ਰੁਝੇਵੇਂ ਕਰ ਤੱਕਦਾ ਤਾਂ ਉਹਨੂੰ ਇੰਝ ਲੱਗਦਾ ਜਿਕਣ ਰੰਜਨਾ ਗੱਲੀਂ ਬਾਤੀ ਸ਼ੇਰੋ ਸ਼ਾਇਰੀ ਦਾ ਸਵਾਦ ਲੈਂਦੀ ਹੋਵੇ, ਪਰ ਵਿੱਚ ਉਹ ਵੀ ਲਾਪਰਵਾਹ ਹੋਵੇ। ਇਹਨਾਂ ਵੇਲਿਆਂ ਤੇ ਉਹ ਕਦੀ ਬਬਲੀ ਤੇ ਕਦੀ ਬਿਮਲਾ ਨੂੰ ਚੇਤੇ ਕਰਕੇ ਰੰਜਨਾ ਦੀ ਬੇਰੁਖੀ ਬਾਰੇ ਸ਼ੇਰ ਕਹਿੰਦਾ ਤੇ ਜਿੰਨਾ ਚਿਰ ਉਹਦਾ ਮਨ ਉਧਰਿਆ ਰਹਿੰਦਾ ਉਹਨਾਂ ਚਿਰ ਉਹ ਸ਼ੇਰ ਗੁਣਗੁਣਾਉਂਦਾ ਰਹਿੰਦਾ। ਤੇ ਜਦੋਂ ਰੰਜਨਾ ਦੇ ਘਰ ਗਿਆ ਨੂੰ ਉਹ ਸੋਫੇ ਤੇ ਬਿਠਾ ਕੇ ਨੌਕਰ ਦੇ ਲਿਆਂਦੇ ਟੀ ਸੈੱਟ ਨੂੰ ਮੇਜ਼ ਤੇ ਰਖਵਾ ਕੇ ਆਪਣੇ ਹੱਥੀ ਚਾਹ ਦਾ ਕੱਪ ਫੜਾਉਂਦੀ ਤਾਂ ਉਡਾਰੀਆਂ ਲਾਉਣ ਲੱਗ ਪੈਂਦਾ। ਕਿਤੇ ਮੈਂ ਐਵੇਂ ਹੀ ਤੇ ਰੰਜਨਾ ਵੱਲੋਂ ਨਿਰਾਸ਼ ਨਹੀਂ ਹੋਈ ਜਾਂਦਾ, ਭਾਵੇਂ ਉਹਦੇ ਮਨ 'ਚ ਲਾਪਰਵਾਹੀ ਵਾਲੀ ਕੋਈ ਗੱਲ ਹੀ ਨਾ ਹੋਵੇ। ਉਹਦਾ ਤੇ ਜੀ ਕਰਦਾ ਸੀ ਰੋਜ਼ ਰੰਜਨਾ ਨੂੰ ਮਿਲੇ, ਭਾਵੇਂ ਕਾਂਗਰਸ ਦੇ ਦਫ਼ਤਰ, ਭਾਵੇਂ ਕਿਸੇ ਸਭਾ ਸੁਸਾਇਟੀ 'ਚ ਜਾਂ ਫਿਰ ਉਹਦੇ ਘਰ। ਉਹਦੀ ਬੈਠਕ 'ਚ ਪੱਖੇ ਹੇਠ ਬਹਿ ਕੇ ਜਾਂ ਸਿਆਲਾਂ ਦੀ ਦਿਨੀ ਧੁੱਪੇ ਬਗੀਚੇ 'ਚ ਬਹਿ ਕੇ ਚਾਹ ਪੀਣ ਦਾ ਸਵਾਦ ਹੀ ਹੋਰ ਸੀ। ਰੋਜ਼ ਇਹੋ ਜਿਹੇ ਮੌਕੇ ਆ ਵੀ ਨਹੀਂ ਸੀ ਸਕਦੇ। ਉਹ ਕੁੰਦਨ ਵਾਂਗ ਹਰ ਵੇਲੇ ਘਰੋਂ ਬਾਹਰ ਨਹੀਂ ਸੀ ਰਹਿ ਸਕਦੀ। ਰੱਖ ਬਾਗ ਵਾਲੇ ਪਾਸੇ ਉਹਦੇ ਨਾਲ ਸੈਰ ਨਹੀਂ ਸੀ ਜਾ ਸਕਦੀ, ਜਾਂ ਸ਼ਾਮ ਵੇਲੇ ਗਵਰਨਮੈਂਟ ਕਾਲਜ ਵਾਲੀ ਸੜਕ ਤੇ ਕਦਮ ਨਾਲ ਕਦਮ ਮਿਲਾ ਕੇ ਟੁਰ ਨਹੀਂ ਸੀ ਸਕਦੀ। ਕੁੰਦਨ ਦਾ ਤਰਸੇਵਾਂ ਤੇ ਹਰ ਵੇਲੇ ਬਣਿਆ ਰਹਿੰਦਾ, ਖੋਜ ਹੀ ਪੈਂਦੀ ਰਹਿੰਦੀ। ਕਈ ਵਾਰ ਸਟੂਡੈਂਟ ਫੈਡਰੇਸ਼ਨ ਦੇ ਕੰਮ ਵਿਸਰ ਜਾਂਦੇ। ਉਹਦਾ ਜੀਅ ਕਰਦਾ ਰੰਜਨਾ ਨਾਲ ਉਹੀ ਨੇੜਤਾ ਹਰ ਵੇਲੇ ਬਣੀ ਰਹੀ ਜਿਹੜੀ ਅੰਮ੍ਰਿਤਸਰ ਜਾਣ ਵੇਲੇ ਜਾਂ ਉੱਥੇ ਬਣੀ ਸੀ। ਉਸ ਦਿਨ ਜਦੋਂ ਉਹਨੇ ਅੰਮ੍ਰਿਤਸਰ ਜਾਣਾ ਸੀ, ਉਹ ਗੱਡੀ ਦੇ ਵੇਲੇ ਤੋਂ ਅੱਧਾ ਘੰਟਾ ਪਹਿਲਾਂ ਹੀ ਸਟੇਸ਼ਨ ਤੇ ਅੱਪੜ ਗਿਆ ਸੀ। ਗੱਡੀ ਸਰਹੰਦ ਤੋਂ ਆਣੀ ਸੀ। ਉਹਦੇ 'ਚ ਭੀੜ ਲੁਧਿਆਣੇ ਪਹੁੰਚ ਕੇ ਲੈ ਗਈ। ਰੰਜਨਾ ਹਾਲੇ ਵੀ ਨਹੀਂ ਸੀ ਆਈ। ਉਹਨੂੰ ਇੰਝ ਮਹਿਸੂਸ ਹੋਇਆ ਜਿਕਣ ਰੰਜਨਾ ਨੇ ਉਹਦੇ ਨਾਲ ਮਖੌਲ ਕੀਤਾ ਹੋਵੇ, ਪਰ ਨਹੀਂ, ਮਖੌਲ ਕਰਨ ਵਾਲੀ ਗੱਲ ਹੀ ਨਹੀਂ ਸੀ। ਹੁਣ ਇੰਨਾ ਵਕਤ ਵੀ ਨਹੀਂ ਸੀ ਕਿ ਉਹ ਸਟੇਸ਼ਨ ਤੇ ਬਾਹਰ ਜਾ ਕੇ ਵੇਖ ਆਉਂਦਾ ਕਿ ਰੰਜਨਾ ਆਈ ਸੀ ਜਾਂ ਨਹੀਂ। ਉਹ ਪਲੇਟਫਾਰਮ ਨੰਬਰ 2 ਦੀਆਂ ਪੌੜੀਆਂ ਦੇ ਪੈਰਾਂ 'ਚ ਬੇਚੈਨ ਜਿਹਾ ਖੜਾ ਸੀ। ਤਾਈਓ ਜੇ ਰੰਜਨਾ ਸਿਵਲ ਲਾਈਨ ਵਾਲੇ ਪਾਸਿਓਂ ਨੌਕਰ ਦੇ ਸਿਰ ਤੇ ਟੈਚੀ ਚੁਕਾਈ ਤਾਵਲੀ ਤਾਵਲੀ ਆਉਂਦੀ ਨਜ਼ਰ ਆਈ। ਇਹਨੇ ਟਿਕਟ ਨਹੀਂ ਲੈਣੀ, ਇਸ ਪਾਸੇ ਤੋਂ ਟਿਕਟ ਮਿਲਦੀ ਹੋਈ ਨਹੀਂ, ਪਰ ਉਹਨੂੰ ਪਤਾ ਨਹੀਂ ਸੀ ਕਿ ਰੰਜਨਾ ਨੇ ਸਵੇਰੇ ਹੀ ਸਾਈਕਲ ਦੇ ਕੇ ਆਪਣੇ ਨੌਕਰ ਨੂੰ ਭੇਜ ਕੇ ਟਿਕਟ ਮੰਗਵਾ ਲਈ ਸੀ। ਨੌਕਰ ਨੂੰ ਭੇਜਣ ਲੱਗਿਆ ਰੰਜਨਾ ਦੇ ਮਨ 'ਚ ਆਇਆ ਸੀ ਕਿ ਉਹ ਕੁੰਦਨ ਦੀ ਟਿਕਟ ਵੀ ਮੰਗਵਾ ਲਏ, ਪਰ ਪਾਪਾ ਸਾਹਮਣੇ ਨੌਕਰ ਨੂੰ ਪੈਸੇ ਫੜਾਉਣ ਲੱਗਿਆ ਕੁਝ ਨਹੀਂ ਕਹਿ ਸਕੀ। ਤੇ ਜਦੋਂ ਸਾਈਕਲ ਲੈ ਕੇ ਨੌਕਰ ਬਾਹਰ ਗੇਟ ਕੋਲ ਆਇਆ ਤਾਂ ਉਹਨੇ ਮਗਰ ਆ ਕੇ ਉਹਨੂੰ ਹੌਲੀ ਜਿਹੀ ਕਿਹਾ, 2 ਟਿਕਟਾਂ ਲਿਆਵੀਂ ਇੰਟਰ ਕਲਾਸ ਦੀਆਂ।
ਸਬੱਬੀ ਵਾਪਸ ਜਾ ਕੇ ਜਦੋਂ ਉਹਨੇ ਰੰਜਨਾ ਨੂੰ ਟਿਕਟਾਂ ਫੜਾਈਆਂ, ਉਸ ਵੇਲੇ ਉਹਦੇ ਪਾਪਾ ਕੋਲ ਨਹੀਂ ਸੀ, ਨਹੀਂ ਤੇ ਉਹਨਾਂ ਪੁੱਛ ਹੀ ਲੈਣਾ ਸੀ ਦੂਜੀ ਟਿਕਟ ਕਿਹਦੇ ਲਈ ਵੇ। ਇਸ ਸਵਾਲ ਦਾ ਜਵਾਬ ਵੀ ਉਹਨੇ ਸੋਚ ਰੱਖਿਆ ਸੀ, ਮਿਸਿਸ ਸਹਿਗਲ ਨੇ ਵੀ ਜਾਣਾ, ਪਰ ਇਹਦੀ ਲੋੜ ਹੀ ਨਹੀਂ ਪਈ। ਭਾਵੇਂ ਉਹਨੂੰ ਪਤਾ ਸੀ ਕਿ ਪਾਪਾ ਨੇ ਫੇਰ ਪੁੱਛ ਲੈਣਾ ਸੀ, ਉੱਥੇ ਤੂੰ ਨਾਨਕੇ ਚੱਲੀ ਹੈ ਕਿ ਕਾਂਗਰਸ ਦੇ ਕੰਮ। ਪੌੜੀਆਂ ਦੇ ਥੱਲੇ ਆ ਕੇ ਰੰਜਨਾ ਨੇ ਨੌਕਰ ਹੱਥੋਂ ਟੈਚੀ ਫੜ ਲਿਆ, ਤੂੰ ਜਾ, ਮੈਂ ਆਪੇ ਚੜ੍ਹ ਜਾਂਗੀ। ਤੇ ਫਿਰ ਜਦੋਂ ਨੌਕਰ ਪੌੜੀਆਂ ਚੜ੍ਹ ਗਿਆ ਤੇ ਕੁੰਦਨ ਨੇ ਰੰਜਨਾ ਦੇ ਹੱਥੋਂ ਟੈਚੀ ਲੈ ਲਿਆ ਤੇ ਇੰਟਰ ਕਲਾਸ ਦੇ ਡੱਬੇ ਵੱਲ ਤੁਰ ਪਏ। ਮੈਂ ਤੇ 3rd ਕਲਾਸ ਦੀ ਟਿਕਟ ਲਈ ਏ, ਬੋਝੇ 'ਚ ਪਾਈ ਰੱਖ, ਕਿਧਰੇ ਨਹੀਂ ਦੌੜੀ ਜਾਂਦੀ। ਐਵੇਂ ਪੈਸੇ ਖਰਚਾਏ, ਉਹਨੇ ਸੋਚਿਆ। ਜੇ ਰੰਜਨਾ ਪਹਿਲੋਂ ਆ ਜਾਂਦੀ ਤੇ ਇੰਟਰ ਕਲਾਸ ਦੀਆਂ 2 ਟਿਕਟਾਂ ਬਾਰੇ ਦੱਸਦੀ ਤਾਂ ਉਹਨੇ ਭੱਜ ਕੇ ਜਾ ਕੇ ਆਪਣੀ 3rd ਕਲਾਸ ਦੀ ਟਿਕਟ ਵਾਪਸ ਕਰ ਆਉਣੀ ਸੀ। ਸਿਰਫ ਇੱਕੋ ਆਨਾ ਕੱਟਿਆ ਜਾਣਾ ਸੀ ਤੇ ਦਿਲ 'ਚ ਸੋਚਿਆ, ਉੱਥੇ ਮੈਂ ਇਹਨਾਂ ਪੈਸਿਆਂ ਨਾਲ ਤੈਨੂੰ ਚਾਹ ਪਿਆਣੀ ਸੀ। ਕੁੰਦਨ ਨੂੰ ਇਹਨਾਂ ਪੈਸਿਆਂ ਦੇ ਅੰਜਾਈ ਜਾਣ ਦਾ ਝੋਰਾ ਘੱਟੋ ਘੱਟ ਜਲੰਧਰ ਤਾਈਂ ਤੇ ਰਿਹਾ। ਰਾਹ 'ਚ ਉਹਨਾਂ ਘਰੇਲੂ ਗੱਲਾਂ ਨਹੀਂ ਕੀਤੀਆਂ। ਦੋਵਾਂ ਘਰਾਂ ਦੇ ਮਸਲੇ ਤੇ ਮਾਹੌਲ ਵੱਖਰੇ ਵੱਖਰੇ ਸਨ। ਕੁੰਦਨ ਨੂੰ ਤੇ ਆਪਣੇ ਘਰ ਦੀ ਗਰੀਬੀ ਦੀਆਂ ਗੱਲਾਂ ਕਰਦਿਆਂ ਸ਼ਰਮ ਜਿਹੀ ਆਉਂਦੀ ਸੀ। ਹਾਲੀ ਉਹ ਇੰਨਾ ਦਬੰਗ ਨਹੀਂ ਸੀ ਹੋਇਆ ਕਿ ਉਹ ਆਪਣੀ ਗਰੀਬੀ ਦੀ ਗੱਲ ਖੁੱਲ੍ਹ ਕੇ ਕਰ ਸਕਦਾ ਤੇ ਆਪਣੀ ਗਰੀਬੀ ਨੂੰ ਇਨਕਲਾਬੀ ਸੋਚ ਨਾਲ ਜੋੜ ਕੇ ਉਤਸ਼ਾਹ 'ਚ ਰਹਿ ਸਕਦਾ। ਇਹ ਮਨੋ ਅਵਸਥਾ ਉਦੋਂ ਆਈ ਜਦੋਂ ਉਹ ਲਾਹੌਰੋਂ ਪਰਤ ਕੇ ਕਮਿਊਨਿਸਟ ਪਾਰਟੀ 'ਚ ਸ਼ਾਮਲ ਹੋ ਗਿਆ। ਗਰੀਬੀ ਤਾਈਂ ਬੇਪਰਵਾਹੀ ਦੇ ਫਕੀਰਾਨਾ ਅੰਦਾਜ਼ ਉਹਦੀ ਸ਼ਾਇਰੀ ਵਿੱਚੋਂ ਕਿਸੇ ਕਿਸੇ ਨੂੰ ਪਛਾਣ ਹੋ ਜਾਂਦਾ ਸੀ। ਪਰ ਅੱਜ ਜਦੋਂ ਉਹਨੂੰ ਪਹਿਲੀ ਵਾਰੀ ਰੰਜਨਾ ਨਾਲ ਇਕੱਲਿਆਂ ਸਫ਼ਰ ਕਰਨ ਦਾ ਮੌਕਾ ਮਿਲਿਆ ਤਾਂ ਉਹਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਇਹੀ ਸੋਚਦਾ ਪਿਆ ਸੀ ਕਿ ਕੀ ਗੱਲ ਕਰਾਂਗਾ, ਪਰ ਉਹਦਾ ਇਹ ਸੰਕੋਚ ਆਪਣੇ ਆਪ ਹੀ ਨਜਿੱਠਿਆ ਗਿਆ ਜਦੋਂ ਗੱਡੀ ਚੱਲਣ ਤੋਂ ਪਹਿਲਾਂ ਇੱਕ ਫੌਜੀ ਉਹਨਾਂ ਦੇ ਡੱਬੇ 'ਚ ਆ ਕੇ ਬਹਿ ਗਿਆ। ਕੁੰਦਨ ਨੂੰ ਇਸ ਗੱਲ ਦਾ ਝੋਰਾ ਵੀ ਹੋਇਆ ਤੇ ਪਛਤਾਵਾ ਵੀ ਹੋਇਆ। ਉਹ ਦੋਵੇਂ ਆਮੋ ਸਾਹਮਣੇ ਸੀਟਾਂ ਤੇ ਬਹਿ ਗਏ। ਚਲਦੀ ਗੱਡੀ 'ਚ ਪੜ੍ਹਨ ਲਈ ਰੰਜਨਾ ਉਸ ਦਿਨ ਦੀ ਟ੍ਰਿਬਿਊਨ ਲੈ ਕੇ ਆਈ ਸੀ। ਉਹਨੇ ਅਖਬਾਰ ਖੋਲ੍ਹੀ, ਅੱਧੀ ਕੁੰਦਨ ਨੂੰ ਫੜਾਤੀ ਤੇ ਸੁਰਖੀਆਂ ਵੇਖਣ ਲੱਗ ਪਈ। ਕੁੰਦਨ ਨੇ ਅਖਬਾਰ ਆਪਣੀ ਝੋਲੀ 'ਚ ਰੱਖ ਲਈ ਤੇ ਕਦੀ ਖਿੜਕੀ ਤੋਂ ਬਾਹਰ ਤੇ ਕਦੀ ਰੰਜਨਾ ਵੱਲ ਤੱਕਦਾ ਰਿਹਾ। ਜੇ ਉਹ ਫੌਜੀ ਅਫਸਰ ਨਾ ਹੁੰਦਾ ਤਾਂ ਉਹਨੇ ਟਿਕ-ਟਿਕੀ ਲਾ ਕੇ ਰੰਜਨਾ ਵੱਲ ਹੀ ਤੱਕੀ ਜਾਣਾ ਸੀ। ਉਹਦਾ ਜੀਅ ਕਰਦਾ ਸੀ ਰੰਜਨਾ ਨਾਲ ਕੋਈ ਗੱਲ ਕਰੇ, ਪਰ ਉਹਨੂੰ ਇਹ ਗੱਲ ਕਰਨ ਨੂੰ ਔੜਦਾ ਕੁਝ ਨਹੀਂ ਸੀ ਪਿਆ। ਅੱਜ ਤੱਕ ਜਦੋਂ ਵੀ ਗੱਲਬਾਤ ਹੋਈ ਸੀ ਰੰਜਨਾ ਵੱਲੋਂ ਹੀ ਸ਼ੁਰੂ ਹੋਈ ਸੀ। ਇੰਜ ਲੱਗਦਾ ਸੀ ਜਿੱਕਣ ਉਹਨੂੰ ਗੱਲ ਕਰਨੀ ਆਉਂਦੀ ਨਾ ਹੋਵੇ। ਟ੍ਰੇਡ ਯੂਨੀਅਨ 'ਚ ਮਜ਼ਦੂਰਾਂ ਨਾਲ ਗੱਲਾਂ ਬਾਤਾਂ ਕਰਨ ਦੀ ਜਾਂਚ ਤੇ ਬਾਅਦ ਵਿੱਚ ਆਈ ਸੀ, ਜਦੋਂ ਉਹ ਓਮ ਪ੍ਰਕਾਸ਼ ਨਾਲ ਜਾ ਕੇ ਮਜ਼ਦੂਰਾਂ ਨੂੰ ਉਹਨਾਂ ਦੀਆਂ ਮੰਗਾਂ ਜਾਂ ਉਹਨਾਂ ਦੇ ਹੱਕਾਂ ਬਾਰੇ ਲੈਕਚਰ ਦਿੰਦਾ ਸੀ ਤੇ ਉਹ ਕਹਿਣ ਲੱਗ ਪਏ ਸਨ, ਬਾਊ ਬੋਲਦਾ ਤੇ ਬੜਾ ਵਧੀਆ ਹੈ, ਪਰ ਪਸੀਨੋ ਪਸੀਨੀ ਹੋ ਜਾਂਦਾ ਹੈ, ਉਂਝ ਸਮਝ ਨਹੀਂ ਆਉਂਦੀ ਕਿ ਬੋਲਦਾ ਕੀ ਹੈ। ਪਰ ਹਾਲੀ ਆਪਣੇ ਵੱਲੋਂ ਗੱਲ ਕਰਨ ਦਾ ਝਾਕਾ ਬਣਿਆ ਹੋਇਆ ਸੀ। ਕੁੜੀਆਂ ਨਾਲ ਗੱਲ ਕਰਨ ਦੀ ਜਾਂਚ ਤੇ ਉਹਨੂੰ ਅਜੇ ਤੱਕ ਨਹੀਂ ਸੀ ਆਈ। ਰੰਜਨਾ ਹੀ ਗੱਲ ਚਲਾਉਂਦੀ ਸੀ ਜਦੋਂ ਉਹਨੂੰ ਮਿਲ ਜਾਂਦੀ ਜਾਂ ਘਰੇ ਬੁਲਾਉਂਦੀ ਸੀ। ਕਈ ਮੁਲਾਕਾਤਾਂ ਤੋਂ ਬਾਅਦ ਵੀ ਉਹ ਰੰਜਨਾ ਦੇ ਘਰ ਉਦੋਂ ਹੀ ਜਾ ਸਕਿਆ ਜਦੋਂ ਉਹ ਬੁਲਾਉਂਦੀ। ਆਪਣੇ ਆਪ ਬਿਨ ਬੁਲਾਏ ਉਹ ਕਦੀ ਨਹੀਂ ਸੀ ਜਾ ਸਕਿਆ। ਅੱਜ ਕਿਵੇਂ ਗੱਲ ਸ਼ੁਰੂ ਕਰਦਾ? ਉਹਦਾ ਧਿਆਨ ਅਖਬਾਰ ਵੱਲ ਗਿਆ ਤੇ ਜਰਮਨੀ ਵੱਲੋਂ ਸਟਾਲਿਨਗ੍ਰਾਡ ਦੀ ਘੇਰਾਬੰਦੀ ਸ਼ੁਰੂ ਹੋਣ ਦੀ ਖਬਰ ਤੇ ਨਜ਼ਰ ਪਈ। ਤੁਹਾਡਾ ਕੀ ਖਿਆਲ ਹੈ ਰੰਜਨਾ ਜੀ, ਸਟਾਲਿਨਗ੍ਰਾਡ ਦੀ ਘੇਰਾਬੰਦੀ ਕਿੰਨਾ ਕੁ ਦੇਰ ਚੱਲੇਗੀ? ਰੰਜਨਾ ਨੇ ਨਜ਼ਰਾਂ ਉਹਦੇ ਵੱਲ ਝੁਕੀਆਂ। ਕੁੰਦਨ ਦਾ ਜੀ ਕੀਤਾ ਅੱਗੇ ਹੋ ਕੇ ਉਹਦੀ ਨਜ਼ਰਾਂ ਨੂੰ ਚੁੰਮ ਲਵੇ। ਰੰਜਨਾ ਜੀ ਨਹੀਂ। ਕੁੰਦਨ ਨੇ ਰੰਜਨਾ ਦੀ ਇਸ ਟੋਕ ਤੇ ਮੱਧਮ ਜੀ ਮੁਸਕਾਨ ਨਾਲ ਫੌਜੀ ਵੱਲ ਤੱਕਿਆ। ਇਹ ਕੋਈ ਪੇਪਰ ਬੈਕ ਨਾਵਲ ਪਿਆ ਪੜ੍ਹਦਾ ਸੀ। ਕੁੰਦਨ ਦੀ ਨਜ਼ਰ ਨਾਵਲ ਤੇ ਪਈ, ਪਰ ਪੂਰਾ ਨਾਂ ਸਾਹਮਣੇ ਨਾ ਹੋਣ ਕਰਕੇ ਨਾਵਲ ਦਾ ਨਾਂ ਨਹੀਂ ਪੜ੍ਹਿਆ ਜਾ ਸਕਿਆ। ਹੋਏਗਾ ਅਗਾਸਥਾ ਕ੍ਰਿਸਟੀ ਦਾ ਕੋਈ ਜਸੂਸੀ ਨਾਵਲ। ਹੋਰ ਫੌਜੀਆਂ ਨੇ ਕੀ ਪੜ੍ਹਨਾ? ਹਾਂ ਦੱਸੋ। ਰੰਜਨਾ ਨੇ ਇੱਕ ਵਾਰੀ ਫੇਰ ਉਹਦੇ ਵੱਲ ਤੱਕਿਆ, ਜਿਵੇਂ ਕਹਿ ਰਹੀ ਹੋਵੇ ਦੱਸੋ ਨਹੀਂ ਦੱਸ। ਹਾਂ ਸੱਚੀ ਦੱਸ। ਇਸ ਗੱਲੋਂ ਕੁੰਦਨ ਨੂੰ ਅੱਗੇ ਵੀ ਟੋਕ ਚੁੱਕੀ ਸੀ। ਹਾਲੀ ਕੀ ਪਤਾ ਹੈ, ਉਂਝ ਕਹਿੰਦੇ ਨੇ ਨੈਪੋਲੀਅਨ ਵੀ ਰੂਸ ਦੇਖਿਆ ਦੇ ਸਿਆਲ ਨਹੀਂ ਹਰਾਇਆ ਸੀ ਤੇ ਇੱਥੇ ਵੀ ਸਿਆਲ ਆਉਣ ਦਿਓ, ਪਤਾ ਲੱਗ ਜਾਏਗਾ। ਫੌਜੀ ਦੇ ਕੰਨ ਖੜੇ ਹੋ ਗਏ। ਉਹਨੇ ਨਾਵਲ ਤੋਂ ਸਿਰ ਚੁੱਕਿਆ, ਉਹਨਾਂ ਵੱਲ ਤੱਕਿਆ, ਮੂੰਹ ਖੋਲ੍ਹਿਆ ਜਿਵੇਂ ਕੁਝ ਬੋਲਣਾ ਹੋਵੇ, ਪਰ ਫਿਰ ਚੁੱਪ ਕਰ ਗਿਆ ਤੇ ਆਪਣੀ ਕਿਤਾਬ ਪੜ੍ਹਨ ਲੱਗ ਪਿਆ। ਮੇਰਾ ਖਿਆਲ ਏ ਰੰਜਨਾ ਪੁਰੀ ਤੇ ਕੁੰਦਨ ਗੱਲਾਂ ਕਰਦੇ ਰਹੇ, ਰਾਜਨੀਤੀ ਦੀਆਂ, ਘਰ ਦੀਆਂ ਜਾਂ ਆਪਣੇ ਆਪਣੇ ਦੋਸਤਾਂ ਮਿੱਤਰਾਂ ਦੀਆਂ। ਕੁੰਦਨ ਨੇ ਰੰਜਨਾ ਦਾ ਅੰਮ੍ਰਿਤਸਰ ਜਾਣ ਦਾ ਸੱਦਾ ਤੇ ਪ੍ਰਵਾਨ ਕਰ ਲਿਆ ਸੀ, ਪਰ ਉਹਨੂੰ ਇਹ ਨਹੀਂ ਸੀ ਚੇਤਾ ਰਿਹਾ ਕਿ ਜੇ ਅੰਮ੍ਰਿਤਸਰ ਰਾਤ ਰਹਿਣਾ ਪਿਆ ਤੇ ਰਹੇਗਾ ਕਿੱਥੇ। ਇਸੇ ਕਰਕੇ ਉਹਦਾ ਖਿਆਲ ਸੀ ਕਿ ਉਹ ਰਾਤ ਨੂੰ ਵਾਪਸ ਪਰਤ ਆਏਗਾ। ਪਤਾ ਨਹੀਂ ਸਟੇਸ਼ਨ ਤੋਂ ਹੀ ਵਾਪਸ ਪਰਤਣਾ ਪਵੇ। ਚਲੋ ਵੇਖੀ ਜਾਏਗੀ। ਜਲੰਧਰ ਆਇਆ ਤਾਂ ਕੁੰਦਨ ਉਤਰ ਕੇ ਗਿਆ ਤੇ ਸਾਹਮਣੇ ਟੀ ਸਟਾਲ ਤੇ 2 ਕੱਪ ਚਾਹ ਲੈ ਆਇਆ। ਸਟਾਲ ਉੱਤੇ ਲਿਪਟਨ ਦਾ ਬੋਰਡ ਲੱਗਾ ਸੀ ਤੇ ਉਹਦੇ ਤੇ ਉਰਦੂ ਤੇ ਲਿਖਿਆ ਸੀ, ਗਰਮੀਆਂ ਮੇਂ ਗਰਮ ਚਾय ਠੰਡਕ ਪਹੁੰਚਾਤੀ ਹੈ। ਇੱਕ ਕੱਪ ਰੰਜਨਾ ਨੂੰ ਫੜਾਇਆ ਤੇ ਇੱਕ ਕੱਪ ਆਪ ਫੜ ਕੇ ਰੰਜਨਾ ਦੇ ਨਾਲ ਹੀ ਬਹਿ ਗਿਆ। ਰੰਜਨਾ ਨੇ ਪਰਸ 'ਚੋਂ ਸ਼ਾਲੀਮਾਰ ਬਿਸਕਟਾਂ ਦਾ ਇੱਕ ਪੈਕਟ ਕੱਢਿਆ,
ਉਹਦਾ ਡੱਬਾ ਖੋਲ ਕੇ ਕੁੰਦਨ ਅੱਗੇ ਕਰ ਦਿੱਤਾ। ਹੁਣ ਉਸ ਡੱਬੇ 'ਚ ਇਕੱਲੇ ਸਨ। ਫੌਜੀ ਜਲੰਧਰ ਛਾਉਣੀ ਉਤਰ ਗਿਆ ਸੀ। ਉਹਦਾ ਜੀਅ ਕੀਤਾ ਉਸ ਸਰਕ ਕੇ ਰੰਜਨਾ ਦੇ ਹੋਰ ਨੇੜੇ ਹੋ ਜਾਏ, ਪਰ ਫਿਰ ਉਹ ਰੁਕ ਗਿਆ। ਗੱਡੀ ਹਾਲੀ ਸਟੇਸ਼ਨ ਤੇ ਖਲੋਤੀ ਸੀ। ਗੱਡੀ ਨੇ ਸੀਟੀ ਮਾਰੀ। ਕੁੰਦਨ ਨੇ ਚਾਹ ਦੇ ਖਾਲੀ ਕੱਪ ਫੜੇ ਤੇ ਹੇਠਾਂ ਉਤਰ ਕੇ ਸਟਾਲ ਤੇ ਚਲਾ ਗਿਆ। ਪੈਸੇ ਦਾ ਭੁਗਤਾਨ ਕਰਦਿਆਂ ਚਾਹ ਵਾਲੇ ਨੇ ਝੱਟ ਲਾਤੀ। ਗੱਡੀ ਸਰਕ ਪਈ। ਕੁੰਦਨ ਜਲਦੀ, ਗੱਡੀ ਚੱਲ ਪਈ ਏ। ਇੱਕ ਵਾਰੀ ਤੇ ਕੁੰਦਨ ਦਾ ਦਿਲ ਵੀ ਧੜਕ ਪਿਆ ਸੀ, ਪਰ ਗੱਡੀ ਦੇ ਨਾਲ ਤੇਜ਼-ਤੇਜ਼ ਟੁਰ ਕੇ ਡੰਡੇ ਨੂੰ ਹੱਥ ਪਾ ਕੇ ਚੜ ਗਿਆ। ਉਹਦਾ ਸਾਹ ਵੀ ਥੋੜਾ ਤੇਜ਼ ਹੋ ਗਿਆ ਸੀ। ਆ ਕੇ ਧੜਮ ਕਰਕੇ ਜਦੋਂ ਰੰਜਨਾ ਦੇ ਨਾਲ ਦੀ ਸੀਟ ਤੇ ਬਹਿ ਗਿਆ ਤਾਂ ਰੰਜਨਾ ਨੇ ਆਪਣੇ ਸੀਨੇ ਤੇ ਹੱਥ ਰੱਖ ਕੇ ਕਿਹਾ, ਜੀ ਰਹਿ ਜਾਂਦਾ। ਫਿਰ ਕੀ ਸੀ, ਦੂਜੀ ਗੱਡੀ ਆ ਜਾਂਦਾ। ਟਿਕਟ? ਮੇਰੇ ਕੋਲ 3rd ਕਲਾਸ ਦੀ ਟਿਕਟ ਤੇ ਹੈ ਸੀ, ਤੇ ਉੱਥੇ ਮੈਨੂੰ ਕਿਵੇਂ ਮਿਲਦਾ? ਇੰਜ ਮਿਲਦਾ। ਉਹਨੇ ਰੰਜਨਾ ਦੁਆਲੇ ਬਾਹਾਂ ਵਲੇਟ ਲਈਆਂ। ਗੱਡੀ ਕਦੋਂ ਦੀ ਪਲੇਟਫਾਰਮ ਟੱਪ ਕੇ ਹੁਣ ਅੱਡਾ ਟਾਂਡਾ ਵੱਲ ਫਾਟਕ ਪਈ ਟੱਪਦੀ ਸੀ, ਪਰ ਕੁੰਦਨ ਨੂੰ ਬਿਮਲਾ ਦਾ ਖਿਆਲ ਬਿਲਕੁਲ ਨਹੀਂ ਆਇਆ। ਉਹ ਬਿਮਲਾ ਜਿਹੜੀ ਦਾਤਣ ਮੂੰਹ 'ਚ ਪਾ ਕੇ ਜੰਗਲ ਪਾਣੀ ਜਾਂਦੇ ਕੁੰਦਨ ਨੂੰ ਕਦੇ ਕਦਾਈ ਟੱਕਰ ਜਾਂਦੀ ਸੀ ਤੇ ਜਿਸ ਨਾਲ ਉਹਨੇ ਕਈ ਚਿੱਠੀਆਂ ਵੀ ਵਟਾਈਆਂ ਸਨ। ਗੱਲ ਉਹਦੇ ਨਾਲ ਵੀ ਬਬਲੀ ਵਾਂਗ ਨਹੀਂ ਸੀ ਹੋ ਸਕੀ। ਗੱਲ ਤੇ ਸਿਰਫ ਰੰਜਨਾ ਨਾਲ ਹੀ ਹੋਈ ਸੀ। ਹੁਣ ਵੀ ਜਦੋਂ ਢੁੱਕ ਕੇ ਰੰਜਨਾ ਦੇ ਕੋਲ ਗੱਡੀ ਦੇ ਇੰਟਰ ਕਲਾਸ ਦੇ ਡੱਬੇ 'ਚ ਬੈਠਾ ਸੀ, ਰੰਜਨਾ ਨੇ ਉਹਦਾ ਹੱਥ ਫੜ ਕੇ ਤਲੀਆਂ ਵਿਚਾਲੇ ਲੁਕਾ ਲਿਆ ਸੀ ਤੇ ਫਿਰ ਪੋਟੇ ਖੋਲ ਉਸ ਹੱਥ ਨੂੰ ਪਲੋਸਦੀ ਰਹੀ ਸੀ ਤੇ ਕੁੰਦਨ ਵੱਲ ਤੱਕਣ ਦੀ ਥਾਂ ਬਾਹਰ ਵੱਲ ਤੱਕਦੀ ਰਹੀ ਸੀ, ਜਿਵੇਂ ਕੁਝ ਫੈਸਲਾ ਕਰਦੀ ਹੋਵੇ। ਕੁੰਦਨ ਦੇ ਮਨ ਦਾ ਫੈਸਲਾ ਉਹਨੇ ਨਹੀਂ ਸੀ ਕਰਨਾ, ਰੰਜਨਾ ਨੇ ਕਰਨਾ ਸੀ। ਪਰ ਉਹਦਾ ਤਨ ਤੇਜ਼ ਛੋਹ ਨਾਲ ਤਰੰਗਤ ਹੋਇਆ ਕੜਾਅ ਵਿੱਚ ਆਇਆ ਹੋਇਆ ਸੀ। ਉਹਨੇ ਹੌਲੀ ਜਿਹੀ ਰੰਜਨਾ ਦੇ ਹੱਥ ਨੂੰ ਆਪਣੇ ਬੁੱਲ੍ਹਾਂ ਨਾਲ ਲਾ ਲਿਆ। ਰੰਜਨਾ ਦੇ ਗੋਡੇ ਤੇ ਤੋਂ ਅਖਬਾਰ ਹੇਠਾਂ ਖਿਸਕ ਗਈ, ਚੁੰਨੀ ਵੀ ਢਿਲਕ ਗਈ। ਅੱਜ ਚਲਦੀ ਗੱਡੀ 'ਚ ਕੁੰਦਨ ਦਾ ਉਹ ਜਾਗਦਾ ਸੁਪਨਾ ਜਿਹੜਾ ਉਹਨੇ ਪਹਿਲੀ ਵਾਰ ਰੰਜਨਾ ਦੇ ਘਰੋਂ ਡਿਨਰ ਕਰਕੇ ਪਰਤਦਿਆਂ ਵੇਖਿਆ ਸੀ, ਪੂਰਾ ਹੋ ਗਿਆ। ਵਿੱਚ ਸਟੇਸ਼ਨ ਆਉਂਦੇ ਗੱਡੀ ਖਲੋਤੀ, ਰੰਜਨਾ ਖਿੜਕੀ 'ਚੋਂ ਬਾਹਰ ਝਾਕਣ ਲੱਗ ਪੈਂਦੀ। ਗੱਡੀ ਚੱਲਦੀ ਤੇ ਫਿਰ ਸੁਪਨੇ ਵਾਲੀ ਰੀਲ ਚਾਲੂ ਹੋ ਜਾਂਦੀ। ਗੱਲਾਂ ਦੀ ਜਾਂ ਸ਼ੇਰੋ ਸ਼ਾਇਰੀ ਦੀ ਇਹਨਾਂ ਵੇਲਿਆਂ ਤੇ ਲੋੜ ਹੀ ਨਹੀਂ ਪੈਂਦੀ। ਅੰਮ੍ਰਿਤਸਰ ਪਹੁੰਚ ਕੇ ਰੰਜਨਾ ਨੇ ਗੱਡੀ ਤੋਂ ਉਤਰਨ ਤੋਂ ਪਹਿਲਾਂ ਬਾਥਰੂਮ 'ਚ ਜਾ ਕੇ ਆਪਣੇ ਵਾਲ ਤੇ ਕੱਪੜੇ ਸਵਾਰੇ। ਕੁੰਦਨ ਨੇ ਆਪਣੇ ਵਾਲਾਂ ਵਿੱਚ ਉਂਗਲੀ ਫੇਰੀ ਤੇ ਕੁਲੀ ਤੋਂ ਸਮਾਨ ਚੁਕਾ ਕੇ ਰਿਫਰੈਸ਼ਮੈਂਟ ਰੂਮ 'ਚ ਪਹੁੰਚ ਗਏ। ਦੁਪਹਿਰ ਹੋ ਚੱਲੀ ਸੀ। ਭੁੱਖ ਤੇ ਪਤਾ ਨਹੀਂ ਲੱਗੀ ਸੀ ਕਿ ਨਹੀਂ, ਪਰ ਹੁਣ ਉਹਨਾਂ ਦਾ ਵਿਛੜਨ ਤੇ ਮਨ ਨਹੀਂ ਸੀ। ਰਿਫਰੈਸ਼ਮੈਂਟ ਰੂਮ ਵਿੱਚ ਵੜਦਿਆਂ ਕੁੰਦਨ ਨੇ ਸੋਚਿਆ, ਜੇ ਇੱਥੇ ਵੱਡਾ ਬਿੱਲ ਬਣ ਗਿਆ, ਮੇਰੇ ਕੋਲ ਤੇ ਇੰਨੇ ਪੈਸੇ ਹੀ ਨਹੀਂ। ਕੀ ਕਰਨਾ ਇੱਥੇ? ਚੱਲਨੇ ਆ। ਕਿੱਥੇ? ਤੇਰੇ ਨਾਨਕੇ। ਰੰਜਨਾ ਹੱਸੀ। ਕਮਲਾ ਹੈ? ਉਹ ਪੁੱਛਣਗੇ ਕੌਣ ਹੈ, ਕੀ ਕਹਾਂਗੀ? ਮੇਰਾ ਦੋਸਤ ਹੈ। ਉਹਨਾਂ ਉਸੇ ਵੇਲੇ ਪਾਪਾ ਨੂੰ ਬੁਲਾ ਲੈਣਾ ਤੇ ਵਾਪਸ ਤੋਰ ਦੇਣਾ। ਨਾਨੀ ਮੇਰੀ ਬੜੀ ਡਾਢੀ ਏ, ਉਹਨੇ ਤੇ ਮੇਰੇ ਜੁੰਡੇ ਪੁੱਟ ਸੁੱਟਣੇ ਨੇ। ਤੇ ਮੈਨੂੰ ਕੀ ਕਹਿਣਗੇ? ਕੁੰਦਨ ਨੇ ਹਾਸੇ ਨਾਲ ਪੁੱਛਿਆ। ਜੋ ਤੇਰੇ ਵਰਗਿਆਂ ਨਾਲ ਹੁੰਦਾ। ਕੁਲੀ ਨੇ ਸਮਾਨ ਰਿਫਰੈਸ਼ਮੈਂਟ ਰੂਮ ਦੇ ਇੱਕ ਪਾਸੇ ਰੱਖ ਦਿੱਤਾ। ਉਹ ਮੇਜ਼ ਦੁਆਲੇ ਬਹਿ ਗਏ। ਬਹਿਰਾ ਮੀਨੂ ਰੱਖ ਗਿਆ। ਰੰਜਨਾ ਨੇ 2 ਮੀਟ ਨਾਲ ਖਾਣਿਆਂ ਦਾ ਆਰਡਰ ਦੇ ਦਿੱਤਾ। ਮੈਂ ਤੇ ਰੱਜਿਆ ਪਿਆ। ਉਹ ਕਿਵੇਂ? ਮੇਰੀ ਤੇ ਨਿਸ਼ਾ ਹੋਈ ਪਈ ਏ। ਜਨਾਬੇ ਵਾਲਾ ਉਹ ਕੱਚਾ ਮੀਟ ਸੀ, ਹੁਣ ਪੱਕਿਆ ਹੋਇਆ। ਕੁੰਦਨ ਹੈਰਾਨ ਹੋ ਗਿਆ ਇਸ ਕੱਚੇ ਪੱਕੇ ਮੀਟ ਦੀ ਗੱਲ ਤੋਂ। ਉਹਨੇ ਤੇ ਕਦੀ ਨਹੀਂ ਸੀ ਇਹ ਗੱਲ ਸੁਣੀ। ਠੀਕ ਏ, ਇਹ ਵੀ ਸਹੀ। ਬਹਿਰਾ ਪਾਣੀ ਰੱਖ ਗਿਆ। ਫਿਰ 15 ਕੁ ਮਿੰਟਾਂ ਪਿੱਛੋਂ ਸੂਪ ਲੈ ਆਇਆ। ਦੋਵੇਂ ਆਪਣੀਆਂ ਗੱਲਾਂ 'ਚ ਰੁੱਝੇ ਸੀ। ਬਹਿਰੇ ਦਾ ਦੇਰ ਨਾਲ ਆਉਣਾ ਮਹਿਸੂਸ ਵੀ ਨਹੀਂ ਹੋਇਆ, ਸਗੋਂ ਚੰਗਾ ਲੱਗਾ। ਹੋਰ 15 ਮਿੰਟ ਬੀਤ ਗਏ। ਬਹਿਰਾ ਪਲੇਟਾਂ ਲਾ ਗਿਆ। ਇੱਕ ਡੋਂਗਾ, ਦੂਜਾ ਡੋਂਗਾ, ਨੈਪਕਿਨ ਆਪਣੀ ਝੋਲੀ 'ਚ ਵਿਛਾ ਕੇ ਉਹਨਾਂ ਦੀ ਰੋਟੀ ਖਾਣੀ ਸ਼ੁਰੂ ਕੀਤੀ। ਕੁੰਦਨ ਨੇ ਸੋਚਿਆ, ਪੈਸੇ ਕਿੱਥੋਂ ਆਉਣਗੇ? ਅੱਜ ਫਿਰ ਉਹਨੂੰ ਆਪਣੀ ਗਰੀਬੀ ਹੱਥੋਂ ਸ਼ਰਮਿੰਦਗੀ ਉਠਾਣੀ ਪੈਣੀ ਸੀ। ਉਹਨੇ ਜਿਸ ਰੋਟੀ ਨੂੰ ਜਿਸ ਸਵਾਦ ਨਾਲ ਖਾਣਾ ਸੀ, ਉਹ ਸਵਾਦ ਆਇਆ ਹੀ ਨਹੀਂ। ਮੁੜ ਮੁੜ ਕੇ ਆਪਣੇ ਬੋਝੇ ਵਿਚਲੇ 2-3 ਰੁਪਈਆਂ ਨੂੰ ਚੇਤੇ ਕਰਕੇ ਫਿਕਰਮੰਦ ਹੁੰਦਾ ਪਿਆ ਸੀ। ਕੋਈ ਰਾਹ ਵੀ ਨਹੀਂ ਸੀ ਸਿਵਾਏ ਇਹਦੇ ਕਿ ਉਹ ਢੀਠ ਬਣ ਕੇ ਰੰਜਨਾ ਨੂੰ ਪੈਸੇ ਦੇਵੇ। ਇਹੀ ਸੋਚ ਕੇ ਉਹਨੇ ਆਪਣੇ ਮਨ ਨੂੰ ਸਮਝਾ ਲਿਆ ਤੇ ਰੋਟੀ ਵੱਲ ਤੇ ਰੰਜਨਾ ਦੀਆਂ ਗੱਲਾਂ ਵੱਲ ਧਿਆਨ ਦਿੱਤਾ। ਹੁਣ ਫਿਰ ਰੰਜਨਾ ਨੇ ਨੈਪਕਿਨ ਨਾਲ ਹੱਥ ਪੂੰਝੇ, ਪਰਸ 'ਚੋਂ ਰੁਮਾਲ ਕੱਢ ਕੇ ਬੁੱਲ੍ਹ ਪੂੰਝੇ, ਪਰੇ ਸ਼ੀਸ਼ੇ ਕੋਲ ਜਾ ਕੇ ਦੁਬਾਰਾ ਆਪਣੇ ਚਿਹਰੇ ਨੂੰ ਤੱਕਿਆ। ਇੰਨੇ ਚਿਰ 'ਚ ਬਹਿਰਾ ਬਿੱਲ ਲੈ ਆਇਆ। ਕੁੰਦਨ ਨੇ ਝਾਤੀ ਮਾਰੀ। 4 ਰੁਪਏ ਕੁਝ ਆਨੇ ਸਨ। ਉਹਨੇ ਬਿੱਲ ਪਲੇਟ 'ਚ ਪਿਆ ਰਹਿਣ ਦਿੱਤਾ। ਰੰਜਨਾ ਵਾਪਸ ਆਈ। ਚਾਹ ਪੀਵੀਏ? ਨਹੀਂ, ਕੁੰਦਨ ਨੇ ਹੌਲੀ ਜਿਹੀ ਕਿਹਾ। ਰੰਜਨਾ ਨੇ ਪਲੇਟ ਵਿੱਚੋਂ ਬਿੱਲ ਚੁੱਕ ਲਿਆ ਤੇ ਪਰਸ 'ਚੋਂ 5 ਦਾ ਨੋਟ ਕੱਢ ਕੇ ਪਲੇਟ 'ਚ ਰੱਖ ਦਿੱਤਾ। ਬਹਿਰਾ ਸੌਂਫ, ਮਿਸ਼ਰੀ ਤੇ 5 ਆਨੇ ਮੋੜ ਲਿਆਇਆ। ਰੰਜਨਾ ਨੇ 5 ਆਨੇ ਉੱਥੇ ਹੀ ਪਏ ਰਹਿਣ ਦਿੱਤੇ ਤੇ ਸੌਂਫ ਤੇ ਮਿਸ਼ਰੀ ਦੀਆਂ ਚੁੰਡੀਆਂ ਭਰ ਕੇ ਤਲੀ ਤੇ ਰੱਖ ਲਈਆਂ ਤੇ ਫਿਰ ਫੱਕਾ ਮਾਰ ਲਿਆ। ਕੁੰਦਨ ਨੇ ਸੌਂਫ ਮਿਸ਼ਰੀ ਲੈ ਲਈ। ਉਹਦਾ ਹੌਸਲਾ ਹੀ ਨਹੀਂ ਪਿਆ ਕਿ ਕਹਿੰਦਾ ਪੈਸੇ ਮੈਂ ਦੇਣਾ। ਕਹਿਣ ਦੀ ਤੇ ਲੋੜ ਹੀ ਨਹੀਂ ਸੀ। ਜਦੋਂ ਰੰਜਨਾ ਦੀ ਸ਼ੀਸ਼ੇ ਸਾਹਮਣੇ ਖਲੋਤਿਆਂ ਬਹਿਰਾ ਬਿੱਲ ਕੁੰਦਨ ਦੇ ਸਾਹਮਣੇ ਰੱਖ ਕੇ ਗਿਆ ਸੀ ਤਾਂ ਉਹ ਬਿੱਲ ਦੇ ਸਕਦਾ ਸੀ, ਪਰ ਉਹ ਤੇ ਸੁੰਗੜਿਆ ਬੈਠਾ ਰਿਹਾ ਸੀ। ਰੰਜਨਾ ਨੂੰ ਵੀ ਪਤਾ ਹੀ ਹੋਣਾ ਜਿਹੜਾ ਉਹਨੇ ਬਿੱਲ ਦੇਣ ਲੱਗਿਆ। ਜ਼ਰਾ ਨਹੀਂ ਸੋਚਿਆ ਜੇ ਉਹ ਹਾਸੇ 'ਚ ਵੀ ਗੱਲ ਕਰਦੀ ਤਾਂ ਕੁੰਦਨ ਨੂੰ ਆਪਣੀ
ਹੇਠੀ ਹੋਈ ਲੱਗਣੀ ਸੀ। ਇੰਜ ਕਰਨਿਆ ਤੂੰ ਦਰਬਾਰ ਸਾਹਿਬ ਵੱਲ ਚੱਲ, ਕਦੀ ਗਿਆ ਕਿ ਨਹੀਂ? ਮੈਂ ਕੋਈ 5 ਵਜੇ ਦੇ ਕਰੀਬ ਘੰਟਾ ਘਰ ਵਾਲੀ ਡਿਊਟੀ ਤੇ ਪਹੁੰਚ ਜਾਵਾਂਗੀ। ਹੁਣ 2:30 ਵਜੇ ਨੇ, ਮੈਂ ਇੰਨਾ ਚਿਰ ਕੀ ਕਰਾਂਗਾ? ਕਰਨਾ ਕੀ ਹੈ? ਦਰਸ਼ਨ ਕਰੀ, ਮੱਥਾ ਟੇਕੀ। ਤੈਨੂੰ ਪਤਾ ਮੈਂ ਨਾਸਤਕ ਹਾਂ। ਨਾ ਮੇਰਾ ਤਾਇਆ, ਨਾ ਮੇਰਾ ਪਿਤਾ ਜੀ ਤੇ ਨਾ ਮੇਰੀ ਮਾਤਾ ਪਾਠ ਪੂਜਾ ਕਰਦੇ ਨੇ। ਮੈਂ ਕਿੱਥੋਂ ਕਰਨਾ ਸੀ? ਕੋਈ ਨਾ, ਅੱਜ ਮੱਥਾ ਟੇਕ ਲਈ, ਬਾਬੇ ਦੇ ਘਰੋਂ ਮੁਰਾਦ ਮੰਗ ਲਈ। ਮੈਂ ਜੋ ਮੰਗਣਾ ਹੈ ਉਹ ਮਿਲਣਾ ਹੀ ਨਹੀਂ। ਤੈਨੂੰ ਕਿਵੇਂ ਪਤਾ? ਪਤਾ ਹੈ। ਅੱਛਾ ਚੱਲ ਚਲੀਏ। ਟੈਚੀ ਕੁੰਦਨ ਨੇ ਫੜ ਲਿਆ ਤੇ ਗੇਟ ਤੋਂ ਬਾਹਰ ਆ ਕੇ ਉਹ ਤਾਂਗੇ ਤੇ ਬਹਿ ਗਏ। ਉੱਚੇ ਪੁਲ ਕੋਲ ਕੁੰਦਨ ਥੱਲੇ ਲੈ ਗਿਆ ਤੇ ਰੰਜਨਾ ਦਾ ਟਾਂਗਾ ਲਾਰੈਂਸ ਰੋਡ ਵੱਲ ਚਲਾ ਗਿਆ। ਕੁੰਦਨ ਨੂੰ ਅੰਮ੍ਰਿਤਸਰ ਦੀ ਵਾਕਫੀ ਤੇ ਨਹੀਂ ਸੀ, ਪਰ ਇਸ ਸ਼ਹਿਰ 'ਚ ਤੇ ਸਾਰੀਆਂ ਸੜਕਾਂ ਹੀ ਦਰਬਾਰ ਸਾਹਿਬ ਵੱਲ ਜਾਂਦੀਆਂ ਨੇ। ਪੁਲ ਟੱਪ ਕੇ ਹਾਲ ਬਾਜ਼ਾਰ 'ਚੋਂ ਲੰਘਦਾ ਉਹ ਗ੍ਰਿੰਡਲੀ ਬੈਂਕ, ਕੋਤਵਾਲੀ ਤੇ ਕਮੇਟੀ ਦੇ ਦਫ਼ਤਰ ਕੋਲੋਂ ਲੰਘ ਕੇ ਮਲਕਾ ਦੇ ਬੁੱਤ ਕੋਲੋਂ ਕਿਸੇ ਕੋਲੋਂ ਰਾਹ ਪੁੱਛਦਾ ਪੁੱਛਦਾ ਘੰਟਾ ਘਰ ਪਹੁੰਚ ਗਿਆ। ਹੁਣ 2 ਘੰਟੇ ਇੱਥੇ ਕੀ ਕਰੇ? ਨਾ ਕੋਈ ਜਾਣ ਨਾ ਪਛਾਣ। ਉਹਨੇ ਜਲਿਆਂਵਾਲੇ ਬਾਗ ਦਾ ਨਾਂ ਸੁਣਿਆ ਸੀ, ਪਰ ਜਿਸ ਰੌਂ ਉਹ ਦਰਬਾਰ ਸਾਹਿਬ ਵੱਲ ਟੁਰਿਆ ਜਾ ਰਿਹਾ ਸੀ, ਉਸ ਰੌਂ 'ਚ ਉਹਦਾ ਮਨ ਜਲਿਆਂਵਾਲੇ ਬਾਗ ਵੱਲ ਜਾਣ ਨੂੰ ਨਹੀਂ ਕੀਤਾ। ਘੰਟਾ ਘਰ ਪਹੁੰਚ ਕੇ ਉਹਨੇ ਜੋੜੇ ਲਾ ਕੇ ਪੈਰ ਧੋਤੇ, ਇੱਕ ਆਨੇ ਦਾ ਮਾੜਾ ਜਿਹਾ ਰੁਮਾਲ ਖਰੀਦ ਕੇ ਸਿਰ ਤੇ ਲੈ ਲਿਆ। ਭਾਵੇਂ ਉਹ ਕਦੀ ਕਿਸੇ ਗੁਰਦੁਆਰੇ 'ਚ ਨਹੀਂ ਸੀ ਗਿਆ, ਪਰ ਉਹਨੂੰ ਪਤਾ ਸੀ ਕਿ ਗੁਰਦੁਆਰੇ ਜਾਣ ਵੇਲੇ ਸਿਰ ਕੱਜ ਲਈਦਾ। ਭਾਵੇਂ ਉਹਨੂੰ ਨਹੀਂ ਪਤਾ ਸੀ ਕਿ ਜੇ ਉਹ ਨੰਗੇ ਸਿਰ ਅੰਦਰ ਚਲਾ ਗਿਆ ਤਾਂ ਜਾਂ ਤਾਂ ਕਿਸੇ ਸ਼ਰਧਾਲੂ ਨੇ ਜਾਂ ਕਿਸੇ ਸੇਵਾਦਾਰ ਨੇ ਉਹਨੂੰ ਜ਼ਰੂਰ ਟੋਕ ਦੇਣਾ ਸੀ। ਪੌੜੀਆਂ ਲੈ ਕੇ ਉਹ ਖੱਬੇ ਪਾਸੇ ਮੁੜਨ ਦੀ ਥਾਂ ਸੱਜੇ ਪਾਸੇ ਮੁੜ ਗਿਆ ਤੇ ਬਾਬੇ ਬੁੱਢੇ ਦੀ ਬੇਰ ਕੋਲੋਂ ਲੰਘ ਕੇ ਪਿਆਓ ਵੱਲ ਪਹੁੰਚ ਗਿਆ। ਪਿੱਤਲ ਦੀ ਬਾਟੀ 'ਚ ਠੰਡਾ ਪਾਣੀ ਪਾ ਕੇ ਪੀਤਾ ਤੇ ਹੋਰਨਾਂ ਦੀ ਵੇਖਾ ਵੇਖੀ ਸੁਆਹ ਨਾਲ ਬਾਟੀ ਮਾਂਜ ਧੋ ਕੇ ਇੱਕ ਟੋਕਰੇ 'ਚ ਰੱਖ ਦਿੱਤੀ ਤੇ ਅੱਗੇ ਵੱਲ ਹੋ ਕੇ ਬਰਾਂਡੇ 'ਚ ਛਾਵੇਂ ਜਿਹੀ ਕੰਧ ਨਾਲ ਢੋ ਲਾ ਕੇ ਬਹਿ ਗਿਆ। ਉਹਦਾ ਜੀਅ ਕੀਤਾ ਕਿ ਉਹ ਲੇਟ ਜਾਵੇ। ਉਹਨੇ ਸਿਰ ਹਰਮੰਦਰ ਸਾਹਿਬ ਵੱਲ ਕੀਤਾ, ਰੁਮਾਲ ਨੂੰ ਸਵਾਰ ਕੇ ਲੇਟ ਗਿਆ। ਉਹਨੂੰ ਇੱਥੋਂ ਦੀ ਮਰਿਆਦਾ ਦੀ ਬਾਹਲੀ ਸਮਝ ਨਹੀਂ ਆਈ, ਇਸ ਲਈ ਉਹ ਕਿਸੇ ਨਿਰਣੇ ਤੇ ਨਹੀਂ ਅੱਪੜ ਸਕਿਆ। ਜਦੋਂ ਅੱਬੜ ਵਾਏ ਉਹਦੀ ਅੱਖ ਖੁੱਲੀ ਤਾਂ ਉਹਨੇ ਉੱਠ ਕੇ ਵਾਪਸ ਘੰਟਾ ਘਰ ਵੱਲ ਡਿਊਟੀ ਵੱਲ ਤੁਰਨਾ ਸ਼ੁਰੂ ਕਰ ਦਿੱਤਾ। ਰਾਹ 'ਚ ਕਿਸੇ ਯਾਤਰੀ ਕੋਲ ਘੜੀ ਨਹੀਂ ਨਜ਼ਰ ਆਈ। ਉਂਝ ਵੀ ਇਸ ਵੇਲੇ ਯਾਤਰੀ ਥੋੜ੍ਹੇ ਹੁੰਦੇ ਨੇ। ਜਦੋਂ ਉਹਨੇ ਪੌੜੀ ਚੜ੍ਹਦੇ ਨੇ ਘੰਟਾ ਘਰ ਵੱਲ ਤੱਕਿਆ ਤਾਂ ਉੱਥੇ ਵਕਤ 5 ਤੋਂ ਉੱਤੇ ਸੀ। ਕਾਹਲੀ ਨਾਲ ਉਹ ਜੋੜਿਆਂ ਵੱਲ ਹੋਇਆ, ਉੱਥੇ ਰੰਜਨਾ ਕੋਈ ਨਹੀਂ ਸੀ। ਉਹ ਖਲੋ ਗਿਆ। ਉਡੀਕ ਲੰਮੀ ਨਹੀਂ ਸੀ, ਪਰ ਗਿਲਾ ਲੰਮੀ ਉਡੀਕ ਵਰਗਾ ਹੈ। ਰੰਜਨਾ ਕੋਲੋਂ ਮਿਲਿਆ, ਕਿਉਂਕਿ ਉਹ ਕਈ ਮਿੰਟ ਪਹਿਲਾਂ ਹੀ ਉੱਥੇ ਘੰਟਾ ਘਰ ਦੀਆਂ ਪੌੜੀਆਂ ਉਤਰ ਕੇ ਖੱਬੇ ਪਾਸੇ ਦੇ ਵਰਾਂਡੇ 'ਚ ਉਡੀਕਦੀ ਪਈ ਸੀ ਤੇ ਹੁਣ ਕੁੰਦਨ ਨੂੰ ਉੱਪਰ ਚੜ੍ਹਦੇ ਨੂੰ ਤੱਕ ਕੇ ਉਹਦੇ ਮਗਰ ਹੀ ਉੱਪਰ ਆ ਗਈ ਸੀ। ਮੇਰੀ ਅੱਖ ਲੱਗ ਗਈ ਸੀ, ਕੁੰਦਨ ਨੇ ਸਫਾਈ ਪੇਸ਼ ਕੀਤੀ। ਜਦੋਂ ਰੰਜਨਾ ਨੇ ਪੁੱਛਿਆ, ਜਨਾਬ ਕਿੱਥੇ ਗੁਆਚ ਗਏ ਸਨ? ਮੈਂ ਤੇ ਸਮਝਿਆ ਰਾਹ ਹੀ ਨਾ ਭੁੱਲ ਗਏ ਹੋਵਾਂ। ਸਫਾਈ ਦੇਣ ਪਿੱਛੋਂ ਚੁੱਪ ਹੋ ਗਿਆ ਤੇ ਵਾਪਸ ਦਰਬਾਰ ਸਾਹਿਬ ਵੱਲ ਮੁੜ ਪਿਆ। ਪਰਿਕਰਮਾ 'ਚ ਉਹਨਾਂ 2 ਚੱਕਰ ਲਾਏ, ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਦੂਜੇ ਚੱਕਰ ਵੇਲੇ ਰੰਜਨਾ ਨੇ 10 ਆਨਿਆਂ ਦਾ ਪ੍ਰਸ਼ਾਦ ਲਿਆ ਤੇ ਡੋਨਾ ਫੜ ਕੇ ਹਰਮੰਦਰ ਸਾਹਿਬ ਵੱਲ ਕੁੰਦਨ ਨੂੰ ਲੈ ਟੁਰੀ। ਇੱਧਰ ਕਿੱਧਰ? ਮੱਥਾ ਤੇ ਟੇਕ ਲਈਏ। ਅੰਮ੍ਰਿਤਸਰ ਆ ਕੇ ਵੀ ਬਾਬੇ ਦੇ ਦਰਸ਼ਨ ਨਹੀਂ ਕਰਨੇ? ਚੱਲ ਕਰ ਲੈਂਦੇ ਆ, ਜੇ ਤੇਰੀ ਇਹੋ ਮਰਜ਼ੀ ਹੈ। ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਮੇਰੀ ਤੇ ਇੱਕੋ ਮੁਰਾਦ ਹੈ, ਉਹ ਪੂਰੀ ਹੋਣੀ ਹੈ। ਉਹ ਕੀ? ਕੁੰਦਨ ਚੁੱਪ ਰਿਹਾ। ਉਹਦਾ ਹੌਸਲਾ ਨਹੀਂ ਪਿਆ। ਉਹਨੂੰ ਪਤਾ ਸੀ ਰੰਜਨਾ ਅਮੀਰ ਹੈ, ਉਹਦੇ ਨਾਲੋਂ ਵੱਡੀ ਹੈ ਤੇ ਆਪਣੀ ਪੜ੍ਹਾਈ ਖਤਮ ਕਰ ਚੁੱਕੀ ਹੈ। ਰੰਜਨਾ ਨੇ ਵੀ ਨਹੀਂ ਪੁੱਛਿਆ। ਇਹਨਾਂ ਮਾਮਲਿਆਂ 'ਚ ਪੁੱਛਣ ਦੀ ਤਾਂ ਲੋੜ ਹੁੰਦੀ ਏ। ਜੇ ਰੰਜਨਾ ਨੂੰ ਕੁੰਦਨ ਦੀ ਮੁਰਾਦ ਦਾ ਪਤਾ ਨਾ ਹੁੰਦਾ ਜਾਂ ਉਹ ਕੁੰਦਨ ਨਾਲ ਮੁਰਾਦ ਪੂਰੀ ਕਰਨ ਲਈ ਕੋਈ ਹਾਮੀ ਭਰਨ ਜੋਗੀ ਹੁੰਦੀ ਤਾਂ ਭਰੋਸੇ ਨਾਲ ਤੇ ਉਹ ਕੋਈ ਗੱਲ ਕਰ ਸਕਦੀ। ਸ਼ਾਮ ਨੂੰ ਜਦੋਂ ਵਿਛੜਨ ਲੱਗੇ ਤਾਂ ਰੰਜਨਾ ਨੇ ਸਲਾਹ ਦਿੱਤੀ, ਅੱਜ ਰਾਤ ਨੂੰ ਗੁਰੂ ਰਾਮਦਾਸ ਸਰਾਂ 'ਚ ਰਹਿ ਪਏ। ਜੇ ਨਾ ਜਗ੍ਹਾ ਮਿਲੀ ਤਾਂ ਇੱਥੇ ਪਰਿਕਰਮਾ 'ਚ ਰਾਤ ਕੱਟ ਲਈ। ਮੈਂ ਸਵੇਰੇ ਪ੍ਰਭਾਤੀ ਆਵਾਂਗੀ ਤੇ ਤੂੰ ਸਰਾਂ 'ਚ ਰਹਿਣ ਦੀ ਥਾਂ ਬਾਬੇ ਬੁੱਢੇ ਦੀ ਬੇਰ ਕੋਲ ਵਰਾਂਡੇ 'ਚ ਸੌਂ ਰਹੀ। ਮੇਰੀ ਮਜਬੂਰੀ ਹੈ, ਮਾਈਂਡ ਨਹੀਂ ਕਰਨਾ। ਸਵੇਰੇ ਮਿਲਣੇ ਆ। ਤੇ ਉਹ ਵਾਪਸ ਮੁੜੀ, ਫਿਰ ਰੁਕ ਗਈ। ਉਹਦੀ ਪਿੱਠ ਵੱਲ ਤੱਕਦੇ ਕੁੰਦਨ ਕੋਲ ਆ ਕੇ ਕਹਿਣ ਲੱਗੀ, ਰੋਟੀ ਖਾ ਲਈ ਹੈ? ਨਹੀਂ ਹਾਲੀ ਤੇ ਬਹੁਤ ਸਵੇਰਾ ਹੈ, ਚਾਹ ਪੀਨੇ ਆ। ਚਾਹ ਦੀ ਦੁਕਾਨ ਲੱਭਦਿਆਂ ਉਹਨਾਂ ਨੂੰ 8-10 ਮਿੰਟ ਲੱਗ ਗਏ, ਕਿਉਂਕਿ ਉਹਨਾਂ ਦਿਨਾਂ 'ਚ ਚਾਹ ਦਾ ਰਿਵਾਜ਼ ਹਾਲੀ ਘੱਟ ਹੀ ਸੀ ਤੇ ਦੁਕਾਨ ਦੇ ਬਾਹਰ ਸੜਕ ਕੰਢੇ ਡੱਠੇ ਬੈਂਚ ਤੇ ਬਹਿ ਕੇ ਚਾਹ ਪੀਤੀ ਤੇ ਫਿਰ ਆਪਣੇ ਆਪਣੇ ਰਾਹ ਪੈ ਗਏ। ਪਹਿਲਾ ਭਾਗ 12ਵਾਂ ਅੰਗ। ਘਰ ਆਉਣ ਤੇ ਕੁੰਦਨ ਨੂੰ ਪਤਾ ਲੱਗਾ ਕਿ BA 'ਚ ਪਾਸ ਹੋ ਗਿਆ। ਰੰਜਨਾ ਨਾਲ ਗਏ ਨੂੰ ਇਹ ਵਿਸਰ ਹੀ ਗਿਆ ਸੀ ਕਿ ਉਹਦਾ ਨਤੀਜਾ ਨਿਕਲਣ ਵਾਲਾ ਹੈ। ਪਿਛਲੀ ਵਾਰੀ ਇੰਟਰ 'ਚੋਂ ਫੇਲ ਹੋਣ ਤੇ ਸਾਰੇ ਧੋਣੇ ਧੋਤੇ ਗਏ। ਪਿਤਾ ਨੇ ਤਾਂ ਲੱਡੂ ਸਾਰਿਆਂ ਨੂੰ ਖਵਾਏ, ਪਰ ਕੁੰਦਨ ਨੂੰ ਲੱਡੂ ਕਿੱਥੇ ਸੂਝਦੇ ਸੀ। ਜਦੋਂ ਦਾ ਇਮਤਿਹਾਨ ਹੋਇਆ ਸੀ ਉਹ ਪਾਰਟੀ ਦੇ ਦਫ਼ਤਰ 'ਚ ਹੀ ਵੜਿਆ ਰਹਿੰਦਾ ਸੀ। ਰੋਟੀ ਖਾਣ ਕਦੀ ਘਰ ਆ ਜਾਣਾ, ਕਦੀ ਨਹੀਂ ਆਉਣਾ। ਸਟੂਡੈਂਟ ਫੈਡਰੇਸ਼ਨ ਵਿੱਚ ਉਹਦੇ ਕੰਮ ਨੂੰ ਵੇਖ ਕੇ ਪਾਰਟੀ ਨੇ ਉਹਨੂੰ ਪਹਿਲਾਂ ਹਮਦਰਦਾਂ ਦੀ ਲਿਸਟ 'ਚ ਰੱਖਿਆ, ਫਿਰ ਉਮੀਦਵਾਰ ਮੈਂਬਰ ਤੇ ਫਿਰ ਮੈਂਬਰ ਬਣਾ ਲਿਆ। ਸਟੂਡੈਂਟ ਫਰੰਟ ਤੇ ਉਸ ਵੇਲੇ ਸਤਪਾਲ ਡਾਂਗ ਤੇ ਡਾਕਟਰ
ਹਰਸਰਨ ਸਿੰਘ ਕੰਮ ਕਰਦੇ ਸਨ। ਇਸ ਲਈ ਕਿਸੇ ਹੋਰ ਕੇਡਰ ਦੀ ਲੋੜ ਨਹੀਂ ਸੀ ਜਿਹੜਾ ਸੂਬਾਈ ਪੱਧਰ ਤੇ ਵਿਦਿਆਰਥੀਆਂ 'ਚ ਕੰਮ ਕਰੇ। ਇਸ ਲਈ ਕੁੰਦਨ ਨੂੰ ਮਜ਼ਦੂਰਾਂ 'ਚ ਕੰਮ ਕਰਨ ਲਈ ਲਾਇਆ ਗਿਆ। ਪਾਰਟੀ 'ਚ ਆਉਣ ਤੋਂ ਪਹਿਲਾਂ ਜਿਹੜੇ ਸੁਪਨੇ ਉਹਦੇ ਆਪਣੇ ਮਨ 'ਚ ਜਾਗੇ ਸੀ, ਉਹੀ ਸੁਪਨੇ ਹੁਣ ਉਹ ਮਜ਼ਦੂਰਾਂ ਸਾਹਮਣੇ ਬੋਲਦਿਆਂ ਜਗਾਉਂਦਾ ਸੀ। ਅਸਲ 'ਚ ਇਨਕਲਾਬ ਤੇ ਆਪਣੇ ਮਨ 'ਚ ਹੁੰਦਾ ਸੀ। ਇਸ ਲਈ ਜਾਪਦਾ ਇਹੀ ਸੀ ਕਿ ਬਾਹਰ ਸਮਾਜ ਵਿੱਚ ਜਾਂ ਮੁਲਕ ਵਿੱਚ ਵੀ ਇਨਕਲਾਬ ਆਇਆ ਕਿ ਆਇਆ। ਉਸ ਵੇਲੇ ਦੇ ਇਨਕਲਾਬ ਦੇ ਨਾਲ ਅੰਗਰੇਜ਼ਾਂ ਕੋਲੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਗੱਲ ਵੀ ਜੁੜੀ ਹੋਈ ਸੀ। ਦੋਵੇਂ ਜਜ਼ਬੇ ਇੰਨੇ ਤਾਕਤਵਰ ਸਨ ਕਿ ਨੌਜਵਾਨਾਂ ਨੂੰ ਆਪਣੇ ਵੱਲ ਖਿੱਚੀ ਜਾਂਦੇ ਸਨ। ਭਾਵੇਂ ਆਜ਼ਾਦੀ ਸੀ ਜਾਂ ਇਨਕਲਾਬ ਵੱਲ ਖਿੱਚੇ ਜਾਣ ਵਾਲੇ ਮੁੰਡਿਆਂ ਦੀ ਗਿਣਤੀ ਕਾਫੀ ਥੋੜ੍ਹੀ ਹੁੰਦੀ ਸੀ, ਪਰ ਇਹ ਕੋਈ ਨਵੀਂ ਗੱਲ ਨਹੀਂ ਸੀ। ਇਨਕਲਾਬੀ ਸਦਾ ਹੀ ਘੱਟ ਗਿਣਤੀ 'ਚ ਹੁੰਦੇ ਨੇ। ਬਾਹਲੇ ਤੇ ਆਪਣੇ ਕੰਮ ਧੰਦਿਆਂ ਵਿੱਚ ਹੀ ਰੁੱਝੇ ਰਹਿੰਦੇ ਜਾਂ ਡਿਗਰੀਆਂ ਲੈ ਕੇ ਨੌਕਰੀਆਂ ਤੇ ਲੱਗ ਲਗਾ ਜਾਂਦੇ ਨੇ। ਕੁੰਦਨ ਉਸ ਘੱਟ ਗਿਣਤੀ ਵਿੱਚੋਂ ਸੀ ਜਿਹੜੇ ਸੁਪਨੇ ਤੱਕਦੇ ਵੀ ਸਨ ਤੇ ਸੁਪਨੇ ਜਗਾਉਂਦੇ ਵੀ ਸਨ। ਜਵਾਨੀ ਦੇ ਜੋਸ਼ 'ਚ ਇਹੋ ਲੱਗਦਾ ਸੀ ਕਿ ਗਾਂਧੀ ਫੇਲ ਹੋ ਜਾਏਗਾ ਤੇ ਉਹ ਇਸ ਆਜ਼ਾਦੀ ਤੇ ਇਨਕਲਾਬ ਦੇ ਆਗੂ ਬਣਨਗੇ, ਪਰ ਹੁੰਦਾ ਉਹ ਇਹ ਜਿਹੜਾ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ। ਘੁੱਟ ਘੁੱਟ ਰਾਇਲ ਇੰਡੀਅਨ ਤੇ ਨੇਵੀ ਦੀ ਬਗਾਵਤ ਵੇਲੇ ਤੇ ਇਹੀ ਜਾਪਦਾ ਸੀ ਕਿ ਹੁਣ ਅਸੀਂ ਉਹਦੇ ਇਸ ਆਜ਼ਾਦੀ ਦੇ ਇਨਕਲਾਬ ਦੇ ਸਾਂਝੇ ਨੇਤਾ ਹੋਵਾਂਗੇ। ਪਰ ਕਮਿਊਨਿਸਟਾਂ ਨਾਲੋਂ ਗਾਂਧੀ ਕਿਤੇ ਚਤਰ ਨੀਤੀਵੇਤਾ ਸੀ। ਸਬੱਬੀ ਇੰਡੀਅਨ ਨੈਸ਼ਨਲ ਆਰਮੀ INA ਦੇ 3 ਜਰਨੈਲਾਂ ਢਿੱਲੋਂ ਸਹਿਗਲ ਤੇ ਸ਼ਾਹ ਨਿਵਾਜ਼ ਉੱਤੇ ਚੱਲਣ ਵਾਲਾ ਮੁਕੱਦਮਾ ਕਾਂਗਰਸ ਨੂੰ ਰਾਸ ਆ ਗਿਆ। ਨਹਿਰੂ ਨੇ ਬੈਰਿਸਟਰੀ ਦਾ ਲਾਇਆ ਹੋਇਆ ਬਿੱਲ ਚੋਲਾ ਨਵੇਂ ਸਿਰਿਓਂ ਪਾ ਕੇ ਕਚਹਿਰੀ 'ਚ ਖਲੋ ਕੇ ਜਦੋਂ ਉਹਨਾਂ ਦਾ ਮੁਕੱਦਮਾ ਲੜਿਆ ਤੇ ਜਿਹੜੀ ਬੱਲੇ ਬੱਲੇ ਖੱਟੀ ਉਹਨੇ ਪਾਸਾ ਪਰਤ ਦਿੱਤਾ। ਸਾਰੇ ਮੁਲਕ 'ਚ ਜੋਸ਼ ਦੀ ਉਹ ਲਹਿਰ ਉੱਠੀ ਕਿ ਕਮਿਊਨਿਸਟ ਨੁੱਕਰੇ ਲੱਗ ਗਏ। ਉਹ ਕਮਿਊਨਿਸਟ ਜਿਹੜੇ ਵੱਡੀ ਜੰਗ ਵੇਲੇ ਸਰਕਾਰ ਦੇ ਪਿੱਠੂ ਗਿਣੇ ਜਾਂਦੇ ਸੀ, ਉਹ ਫਿਰ ਗੱਦਾਰ ਬਣ ਗਏ। ਜੋ ਕੁਝ ਵੀ RIN ਦੀ ਬਗਾਵਤ ਤੋਂ ਖੱਟਿਆ ਸੀ, ਉਹ ਕਾਂਗਰਸ ਦੀ ਝੋਲੀ ਜਾ ਪਿਆ। ਕੁੰਦਨ ਹੋਰੀ ਸਿਰਫ ਟ੍ਰੇਡ ਯੂਨੀਅਨ ਦੇ ਨਿੱਕੇ ਮੋਟੇ ਜਲਸਿਆਂ 'ਚ ਤਕਰੀਰਾਂ ਕਰਨ ਜੋਗੇ ਰਹਿ ਗਏ। ਉਧਰ ਜਜ਼ਬਾ ਜਿਹੜਾ ਮੁਹੱਬਤ ਨਾਲ ਜੁੜਿਆ ਸੀ, ਉਹਦਾ ਉਭਾਰ ਵੀ ਨਿਰਾਸਿਆ ਗਿਆ। ਬੜੇ ਵਾਅਦੇ, ਬੜੀਆਂ ਗੱਲਾਂ, ਨੇੜੇ ਟੁਕ ਟੁਕ ਬਹਿਣਾ, ਜ਼ੁਲਫਾਂ ਖਿਲਾਰ ਜੇ ਸਾਹਮਣੇ ਆ ਬਹਿਣਾ, ਸ਼ੇਰ ਸੁਣਨੇ, ਅੱਖਾਂ 'ਚ ਅੱਖਾਂ ਪਾ ਕੇ ਦਾਤ ਦੇਣੀ, ਸਭ ਕੁਝ ਅਜਾਈ ਗਿਆ। ਰੰਜਨਾ ਦੀ ਸ਼ਾਦੀ ਕਿਸੇ ਹੋਰ ਅਮੀਰ ਘਰ ਦੇ ਵਪਾਰੀ ਨਾਲ ਹੋ ਗਈ। ਕੁੰਦਨ ਨੂੰ ਸਮਝ ਨਹੀਂ ਸੀ ਆਉਂਦੀ ਕਿ ਸਾਰਾ ਕੁਝ ਕਿਵੇਂ ਹੋ ਗਿਆ, ਭਾਣਾ ਕੀ ਵਰਤ ਗਿਆ। ਰੰਜਨਾ ਦੀ ਕਿਹੜੀ ਮਜਬੂਰੀ ਸੀ ਜਿਸ ਕਰਕੇ ਉਹ ਦਗਾ ਦੇ ਗਈ। ਕੁੰਦਨ ਕਈ ਵਾਰੀ ਦਗਾ ਕਹਿੰਦਾ ਤੇ ਕਈ ਵਾਰੀ ਮਜਬੂਰੀ, ਪਰ ਕਾਹਦੀ ਮਜਬੂਰੀ ਸੀ? ਸ਼ਾਇਦ ਉਹਦੀ ਰਹਿਤਲ ਹੀ ਇਹੋ ਜਿਹੀ ਸੀ ਕਿ ਜਿੰਨਾ ਚਿਰ ਦੌਲਤ ਨਾ ਹੋਵੇ ਉਹ ਰਹਿਤਲ ਨਿਭ ਨਹੀਂ ਸੀ ਸਕਦੀ। ਤੇ ਕੁੰਦਨ ਨਿਰਾ ਫੱਕੜ, ਉਹਦੇ ਘਰ ਦੇ ਗਰੀਬ ਤੇ ਉਹ ਪਾਰਟੀ ਦਾ ਕੁੱਲ ਵਕਤੀ ਕਾਰਕੁਨ। ਲਹਿਰ ਨਾਲ ਜੁੜੀ ਹੋਈ ਕੁੜੀ ਵੀ ਸ਼ਾਇਦ ਏਡਾ ਵੱਡਾ ਕਦਮ ਨਾ ਪੁੱਟ ਸਕੇ ਜਿੰਨਾ ਚਿਰ ਉਹਦੇ ਮਾਪੇ ਵੀ ਇਹਨਾਂ ਖਿਆਲਾਂ ਦੇ ਨਾ ਹੋਣ। ਆਸੇ ਪਾਸੇ ਜਦੋਂ ਵੀ ਉਹ ਝਾਤੀ ਮਾਰਦਾ, ਉਹਨੂੰ ਸਮਝ ਆ ਜਾਂਦੀ ਕਿ ਕਾਮਰੇਡ ਮਾਪੇ ਵੀ ਬਹੁਤੀ ਵਾਰੀ ਆਪਣੀਆਂ ਕੁੜੀਆਂ ਦਾ ਵਿਆਹ ਕੁੱਲ ਵਕਤੀ ਵਰਕਰ ਨਾਲ ਕਰਨ ਨੂੰ ਕੰਨੀ ਕਤਰਾਉਂਦੇ ਸੀ। ਜਿੱਥੇ ਜਿੱਥੇ ਵੀ ਕਿਸੇ ਕਾਮਰੇਡ ਕੁੜੀ ਨੇ ਕੁੱਲ ਵਕਤੀ ਕਾਰਕੁਨ ਨਾਲ ਵਿਆਹ ਕਰਾਇਆ, ਉੱਥੇ ਉੱਥੇ ਹੀ ਕੁੜੀਆਂ ਦੀ ਬਹਾਦਰੀ ਦੀ ਵਾਹਵਾ ਹੋਈ। ਪਰ ਇੰਜ ਕਿੰਨੇ ਕੁ ਕੇਸ ਸੀ ਉਂਗਲੀਆਂ ਤੇ ਗਿਣੇ ਜਾਣ ਜੋਗੇ। ਕੁੰਦਨ ਉਹਨਾਂ ਉਂਗਲੀਆਂ ਤੇ ਗਿਣੇ ਜਾਣ ਜੋਗੇ ਭਾਗਾਂ ਵਾਲਿਆਂ ਵਿੱਚ ਨਹੀਂ ਸੀ, ਸਗੋਂ ਨੇ ਬਾਲਿਆਂ ਵਿੱਚ ਸੀ ਜਿਹੜੇ ਜਾਂਦੀ ਡੋਲੀ ਨੂੰ ਤੱਕਣ ਵਾਲੇ ਹੁੰਦੇ ਨੇ। ਕਿੰਨੇ ਦਿਨ ਉਹ ਉਦਾਸ ਰਿਹਾ ਜਦੋਂ ਉਹਨੂੰ ਰੰਜਨਾ ਨੇ ਆਪ ਹੀ ਦੱਸਿਆ ਕਿ ਉਹਦੀ ਸ਼ਾਦੀ ਹੋ ਰਹੀ ਹੈ। ਅੱਗੋਂ ਕੁੰਦਨ ਦਾ ਜੀ ਕੀਤਾ ਟਕੋਰ ਕਰਕੇ ਕਹੇ ਵਧਾਈਆਂ, ਪਰ ਇਹ ਖਬਰ ਸੁਣ ਕੇ ਉਹ ਇੱਕਦਮ ਅੰਦਰੋਂ ਇੰਨਾ ਬੁੱਝ ਗਿਆ ਸੀ ਕਿ ਉਹਦੇ ਕੋਲ ਟਕੋਰ ਕਰਨ ਲਈ ਵੀ ਆਂਗਸ ਨਹੀਂ ਸੀ ਰਹੀ। ਇੱਕਦਮ ਜਿਵੇਂ ਉਹਦਾ ਆਤਮ ਵਿਸ਼ਵਾਸ ਜਿਹੜਾ ਰੰਜਨਾ ਦੀ ਸੰਗਤ ਕਰਕੇ ਪੈਦਾ ਹੋਇਆ ਸੀ, ਢਹਿ ਢੇਰੀ ਹੋ ਗਿਆ। ਉਹ ਰੰਜਨਾ ਦੇ ਘਰੇ ਗਿਆ ਸੀ। ਉਸ ਦਿਨ ਨੌਕਰ ਨੇ ਚਾਹ ਲਿਆ ਕੇ ਦਿੱਤੀ। ਉਹਨੇ ਕੁਝ ਪਲ ਰੰਜਨਾ ਦੀ ਉਡੀਕ ਕੀਤੀ ਕਿ ਹੁਣੇ ਉਹ ਅੱਗੇ ਵਾਂਗ ਹੀ ਬੈਠਕ 'ਚ ਲਹਿਰਦੀ ਆਏਗੀ, ਉਹਦੇ ਨਾਲ ਸੋਫੇ 'ਤੇ ਜਾਂ ਸਾਹਮਣੀ ਕੁਰਸੀ 'ਤੇ ਬਹਿ ਜਾਏਗੀ, ਪਰ ਉਹ ਨਹੀਂ ਆਈ। ਅੰਦਰੋਂ ਸੁਨੇਹਾ ਆ ਗਿਆ ਕਿ ਰੰਜਨਾ ਬੀਬੀ ਹੁਣੇ ਆਉਂਦੇ ਨੇ, ਤੁਸੀਂ ਚਾਹ ਪੀਓ। ਉਹਨੂੰ ਕੀ ਸਮਝ ਆਉਣੀ ਸੀ ਕਿ ਵਿਚਲੀ ਗੱਲ ਕੀ ਹੈ। ਕਿਸੇ ਨੇ ਭਿਣਕ ਵੀ ਨਹੀਂ ਸੀ ਪਾਈ। ਜਦੋਂ 15 ਕੁ ਮਿੰਟਾਂ ਪਿੱਛੋਂ ਆਈ, ਉਹਨੇ ਉਵੇਂ ਹੀ ਪਹਿਲਾਂ ਵਾਂਗ ਵਾਲ ਖੁੱਲ੍ਹੇ ਛੱਡੇ ਹੋਏ ਸਨ ਤੇ ਚੁੰਨੀ ਆਪਣੇ ਮੋਢੇ 'ਤੇ ਲਮਕਾਈ ਸੀ। ਕੁੰਦਨ ਨੂੰ ਕੋਈ ਤਬਦੀਲੀ ਨਜ਼ਰ ਨਹੀਂ ਆਈ। ਨੌਕਰ ਚਾਹ ਦੇ ਨਾਲ ਲੱਡੂ ਰੱਖ ਗਿਆ ਸੀ। ਕੁੰਦਨ ਇੱਕ ਲੱਡੂ ਪਹਿਲਾਂ ਚਾਹ ਨਾਲ ਖਾ ਚੁੱਕਾ ਸੀ। ਲੱਡੂ ਲਿਆ? ਹਾਂ। ਕਾਹਦੇ ਵੇ? ਜ਼ਰੂਰੀ ਹੈ ਕਾਹਦੇ ਲਈ? ਹੁਣ ਤੇਰੇ ਘਰ ਅੱਗੇ ਕਦੇ ਵੇਖੇ ਨਹੀਂ। ਅੱਗੇ ਇਹੋ ਜਿਹੀ ਗੱਲ ਹੀ ਨਹੀਂ ਹੋਈ। ਕਿਹੋ ਜਿਹੀ? ਕੱਲ੍ਹ ਮੁੰਡੇ ਵਾਲੇ ਮੈਨੂੰ ਵੇਖਣ ਆਏ ਸੀ। ਫਿਰ ਉਹਦਾ ਜੀ ਕੀਤਾ ਸੀ ਵਧਾਈਆਂ ਕਹੇ, ਪਰ ਇੰਨਾ ਹੀ ਕਹਿ ਸਕਿਆ, ਚੰਗੀ ਗੱਲ ਹੈ।
ਰੰਜਨਾ ਉਹਦੇ ਵੱਲ ਗੌਰ ਨਾਲ ਤੱਕਦੀ ਰਹੀ। ਸਹੀ ਤੇ ਉਹਨੂੰ ਹੋ ਗਿਆ ਕਿ ਕੁੰਦਨ ਮਹਿਸੂਸਿਆ ਗਿਆ, ਪਰ ਉਹਨੇ ਕਿਹਾ ਕੁਛ ਨਹੀਂ। ਚੱਲਾਂ? ਕੁੰਦਨ ਨੇ ਮਿੰਟ ਕੁ ਚੁੱਪ ਰਹਿਣ ਪਿੱਛੋਂ ਕਿਹਾ। ਕਿਉਂ, ਇੰਨੀ ਕਾਹਦੀ ਕਾਹਲੀ ਹੈ? ਮਾਤਾ ਦੀ ਦਵਾਈ ਲਿਆ ਕੇ ਦੇਣੀ ਹੈ। ਕੀ ਹੋਇਆ ਮਾਤਾ ਨੂੰ? ਕੋਈ ਖਾਸ ਨਹੀਂ, ਲੱਤਾਂ ਦਰਦ ਸੀ, ਕਹਿੰਦੇ ਸਨ ਦਵਾਈ ਲਈ ਆਵੀਂ, ਤੇ ਕਹਿੰਦੀ ਰਹੀ ਹਾਂ ਕਿ ਮਾਤਾ ਜੀ ਨੂੰ ਮਿਲਾ, ਅੱਜ ਤੱਕ ਨਹੀਂ ਮਿਲਾਇਆ। ਹੁਣ ਕੀ ਲੋੜ ਹੈ ਮਿਲਣ ਦੀ? ਕਿਉਂ, ਹੁਣ ਕੀ ਹੋ ਗਿਆ? ਹੁਣ ਮੈਂ ਕੁਝ ਹੋਰ ਹੋ ਗਈ ਹਾਂ? ਕੁੰਦਨ ਨੇ ਸਿਰ ਨਾਲ ਹਾਂ ਕੀਤੀ, ਬੋਲਿਆ ਕੁਛ ਨਹੀਂ। ਉਹਦਾ ਜੀ ਰੋਣ ਰੋਣ ਕਰਦਾ ਸੀ, ਸਿਰਫ ਅੱਖਾਂ 'ਚ ਅੱਥਰੂ ਨਹੀਂ ਆਏ, ਨਹੀਂ ਤੇ ਸ਼ਾਇਦ ਰੰਜਨਾ ਉੱਠ ਕੇ ਉਹਨੂੰ ਆਪਣੀ ਹਿੱਕ ਨਾਲ ਲਾ ਲੈਂਦੀ। ਜਿਕਣ ਉਹਨੇ ਉਦੋਂ ਕੀਤਾ ਸੀ ਜਦੋਂ ਕਾਲਜ ਦੀ ਇਲੈਕਸ਼ਨ 'ਚ ਹਾਰ ਕੇ ਉਹਨੂੰ ਮਿਲਣ ਆਇਆ ਸੀ। ਉਹਨੂੰ ਆਪਣੀ ਹਾਰ ਭੁੱਲ ਗਈ ਤੇ ਰੰਜਨਾ ਦੀ ਹਿੱਕ ਉਭਾਰਾਂ ਉੱਤੇ ਟਿਕਿਆ ਸਿਰ ਘੁੰਮ ਗਿਆ ਸੀ। ਇਹ ਕਿਹਾ ਨਿਆਂ ਸੀ ਜਿਹਨੂੰ ਤਰਸਦਿਆਂ ਇੰਨੇ ਸਾਲ ਹੋ ਗਏ ਸਨ, ਪਰ ਅੱਜ ਰੰਜਨਾ ਨੇ ਉੱਠ ਕੇ ਉਹਨੂੰ ਹਿੱਕ ਨਾਲ ਨਹੀਂ ਲਾਇਆ, ਸਗੋਂ ਉਹਦੇ ਵੱਲ ਤੱਕਦੀ ਖੁੱਲੀਆਂ ਜ਼ੁਲਫਾਂ ਨੂੰ ਪਿਛਾਂਹ ਸੁੱਟ ਕੇ ਚੁੰਨੀ ਨਾਲ ਹਿੱਕ ਨੂੰ ਕੱਜਦੀ ਰਹੀ ਸੀ। ਕੁੰਦਨ ਉੱਠ ਖਲੋਤਾ ਸੀ, ਪਰ ਰੰਜਨਾ ਨੇ ਉਹਨੂੰ ਬਾਹੋਂ ਫੜ ਕੇ ਬਹਾ ਲਿਆ ਸੀ। ਹੈ ਤੇ ਮੈਂ ਤੇਰੀ ਹਾਂ, ਕੀ ਇਤਬਾਰ? ਕਿਉਂ, ਹੁਣ ਇਹ ਇਤਬਾਰ ਉੱਠ ਗਿਆ? ਆਪਣੇ ਦਿਲ ਕੋਲੋਂ ਪੁੱਛ। ਮੇਰਾ ਦਿਲ ਠੀਕ ਹੈ ਤੇ ਤੂੰ ਆਪਣਾ ਦਿਲ ਕਿਉਂ ਛੱਡਦਾ? ਕੀ ਪੁੱਛਾਂ? ਪੁੱਛਣ ਜੋਗਾ ਛੱਡਿਆ ਹੀ ਨਹੀਂ। ਕਹਿ ਕੇ ਜਦੋਂ ਕੁੰਦਨ ਉੱਠਿਆ ਤਾਂ ਰੰਜਨਾ ਨੇ ਉਹਨੂੰ ਰੋਕਿਆ ਨਹੀਂ ਤੇ ਬਾਹਰ ਬਰਾਂਡੇ ਤੱਕ ਆਈ। ਫੇਰ ਆਵੀਂ। ਕੁੰਦਨ ਨੇ ਇੰਜ ਤੱਕਿਆ ਜਿਕਣ ਕਹਿ ਰਿਹਾ ਹੋਵੇ, ਤੂੰ ਹੁਣ ਆਉਣ ਜੋਗਾ ਕਿੱਥੇ ਛੱਡਿਆ? ਫਿਰ ਜਦੋਂ ਉਹਦੇ ਘਰ ਦਾ ਗੇਟ ਬਾਹਰ ਨਿਕਲ ਆਇਆ ਤਾਂ ਉਹਨੇ ਸੋਚਿਆ, ਲੈ ਬੰਦਿਆ, ਇਹ ਦਰ ਵੀ ਅੱਜ ਤੋਂ ਬੰਦ ਹੋ ਗਿਆ ਈ। ਤੇ ਮਹੀਨੇ ਕੁ ਪਿੱਛੋਂ ਜਦੋਂ ਰੰਜਨਾ ਦੇ 2-3 ਸੁਨੇਹੇ ਆਏ ਤਾਂ ਉਹ ਅਣਮੰਨਾ ਜਿਹਾ ਉਹਦੀ ਕੋਠੀ ਗਿਆ ਸੀ। ਜਦੋਂ ਬੈਠਕ 'ਚ ਬੈਠਾ ਉਡੀਕਦਾ ਪਿਆ ਸੀ ਤਾਂ ਉਹਨੂੰ ਖਿਆਲ ਆਇਆ, ਮੈਂ ਇੱਥੇ ਕਾਹਦੇ ਲਈ ਆਇਆ? ਕੀ ਲੈਣ ਆਇਆ? ਮੈਨੂੰ ਕੀ ਸਮਝਿਆ ਨਹੀਂ? ਉਹਨੂੰ ਪੜ੍ਹਿਆ ਯਾਦ ਆਇਆ ਕਿ ਵਲੈਤ 'ਚ ਸਿਆਲ ਵਿੱਚ ਅਮੀਰ ਮੇਮਾਂ ਬਿਸਤਰਾ ਗਰਮ ਕਰਨ ਲਈ ਪਹਿਲਾਂ ਹਬਸ਼ੀ ਨੂੰ ਠੰਡੇ ਬਿਸਤਰੇ 'ਚ ਲੇਟ ਕੇ ਗਰਮ ਕਰਨ ਲਈ ਕਹਿੰਦੀਆਂ, ਫਿਰ ਉਹਨਾਂ ਨੂੰ ਕੱਢ ਕੇ ਬਿਸਤਰੇ 'ਚ ਸੌਣ ਲਈ ਵੜਦੀਆਂ। ਇਹਨੇ ਮੈਨੂੰ ਹਬਸ਼ੀ ਸਮਝ ਲਿਆ। ਪਰ ਫਿਰ ਸ਼ੱਕ ਹੁੰਦਾ ਕਿ ਮੈਂ ਹੋਛਿਆਂ ਵਾਂਗ ਸੋਚਦਾ ਪਿਆ ਕਿ ਉਹਨੇ ਮੈਨੂੰ ਰੱਜਵਾਂ ਪਿਆਰ ਨਹੀਂ ਦਿੱਤਾ। ਸ਼ਾਇਦ ਉਹਦੇ ਤੇ ਮੇਰੇ 'ਚ ਕੋਈ ਫਰਕ ਨਹੀਂ। ਜੇ ਉਹਨੇ ਮੇਰੇ ਨਾਲ ਚਲੰਤ ਜਿਹੇ ਸੰਬੰਧ ਬਣਾਏ ਤਾਂ ਮੈਨੂੰ ਉਹਦੇ ਕੋਲੋਂ ਵਡੇਰੀ ਆਸ ਰੱਖਣੀ ਮੇਰੀ ਮੂਰਖਤਾ ਸੀ। ਆਪਣੇ ਵੱਲ ਝਾਤੀ ਤੇ ਮਾਰ ਬੰਦਿਆ, ਕੀ ਹੈਸੀਅਤ ਏ ਤੇਰੀ? ਤੇਰੇ ਹਾਣ ਦੀ ਏ? ਨਹੀਂ, ਵਡੇਰੀ ਏ। ਤੇਰੇ ਕੋਲੋਂ ਉਹਦੀ ਹੈਸੀਅਤ ਨਾਲ ਮਿਚਣ ਲਈ ਮਾਲਮਤਾ ਹੈ? ਕਈ ਜਨਮਾਂ 'ਚ ਨਹੀਂ ਹੋ ਸਕਦਾ। ਉਹ ਤੇਰੀ ਪਾਰਟੀ 'ਚ ਨਹੀਂ, ਹੁਣ ਤੇ ਵਿਰੋਧੀ ਪਾਰਟੀ ਦੀ ਹੋ ਗਈ ਏ। ਤੇਰਾ ਖਾਨਦਾਨ ਉਹਦੇ ਖਾਨਦਾਨ ਦਾ ਮੁਕਾਬਲਾ ਕਰ ਸਕਦਾ? ਨਹੀਂ। ਫਿਰ ਤੂੰ ਕਾਹਦੀਆਂ ਉਮੀਦਾਂ ਲਾਈਆਂ ਹੋਈਆਂ ਸੀ? ਕਮਿਊਨਿਸਟ ਹੋ ਕੇ ਤੈਨੂੰ ਸਮਾਜਿਕ ਨੇਮ ਭੁੱਲ ਗਏ ਨੇ? ਗਰੀਬ ਨਾਲ ਅਮੀਰ ਕੁੜੀ ਦਾ ਇਸ਼ਕ ਵੀ ਰੋਮਾਂਸ ਦੀ ਦੁਨੀਆ ਤੇ ਤੋਂ ਗਰੀਬ ਪਹਿਲਾਂ ਉਮੀਦ ਰੱਖਦਾ ਹੈ ਤੇ ਫਿਰ ਨਿਸਫਲ ਹੋਣ ਤੇ ਸਮਾਜ ਨੂੰ ਦੋਸ਼ ਦਿੰਦਾ। ਭਲੇ ਆਦਮੀ, ਕਿਉਂ ਤੈਨੂੰ ਇਸ ਵਰਤਾਰੇ ਦੀ ਸਮਝ ਨਹੀਂ ਆਈ? ਇਸੇ ਝੋਰੇ 'ਚ ਜਦੋਂ ਉਹਨੇ ਸਿਗਰਟ ਪੀਣੀ ਸ਼ੁਰੂ ਕੀਤੀ ਜਾਂ ਕਾਮਰੇਡਾਂ ਨਾਲ ਸ਼ਰਾਬ ਦਾ ਘੁੱਟ ਲਾਇਆ ਤਾਂ ਘਰੇ ਨਹੀਂ ਗਿਆ। ਉਹਦੇ ਘਰ ਵਾਲੇ ਆਰੀਆ ਸਮਾਜੀ ਕਿੱਥੋਂ ਬਰਦਾਸ਼ਤ ਕਰਦੇ? ਝਿੜਕਾਂ ਖਾਣ ਨਾਲੋਂ ਚੰਗਾ ਉਸ ਰਾਤ ਘਰੇ ਹੀ ਨਾ ਵੜੋ, ਤੇ ਜਿਸ ਰਾਤ ਉਹ ਬਾਹਰ ਰਹਿੰਦਾ ਉਸ ਰਾਤ ਘੁੱਟ ਲਾ ਕੇ ਖੂਬ ਸ਼ੇਰ ਓ ਸ਼ਾਇਰੀ ਕਰਦਾ, ਵਾਹਵਾ ਖੱਟਦਾ। ਕਈ ਵਾਰੀ ਹਰਕ੍ਰਿਸ਼ਨ ਪੇਂਟਰ ਦੇ ਘਰ ਪੈ ਰਹਿੰਦਾ ਤੇ ਕਦੀ ਓਮੀ ਸੱਭਰਵਾਲ ਦੇ ਘਰ। ਉੱਥੇ ਉਹ ਰੱਜ ਕੇ ਇਹੋ ਜਿਹੀਆਂ ਕਹਿਬਤਾਂ ਕਰ ਸਕਦੇ ਸਨ। ਘਰ ਦੇ ਉਹਦੀਆਂ ਇਹਨਾਂ ਆਦਤਾਂ ਤੋਂ ਪਰੇਸ਼ਾਨ ਸਨ। ਕਦੀ ਘਰ ਆਉਣਾ, ਕਦੇ ਨਹੀਂ ਆਉਣਾ ਤੇ ਅੱਧੀ ਰਾਤ ਆ ਵੜਨਾ। ਜੇ ਉਹਨੂੰ ਕਦੀ ਘੁੱਟ ਲਾ ਕੇ ਘਰ ਆਉਣਾ ਪੈਂਦਾ ਤਾਂ ਕੋਸ਼ਿਸ਼ ਕਰਦਾ ਘਰ ਵੜਨ ਲੱਗਿਆ ਉਹਦੇ ਪੈਰ ਨਾ ਥਿੜਕਣ। ਕਦੀ ਉਹ ਅਬਦੁਲ ਸੱਤਾਰ ਦੀ ਖੱਡੀ ਤੇ ਹੀ ਸੌਂ ਰਹਿੰਦਾ। ਮਜ਼ਦੂਰਾਂ 'ਚ ਰਹਿਣਾ ਤੇ ਕੰਮ ਕਰਨਾ ਉਹਨੂੰ ਓਪਰਾ ਨਹੀਂ ਸੀ ਲੱਗਦਾ, ਕਿਉਂਕਿ ਉਹਨਾਂ ਦੀ ਰਹਿਣੀ ਬਹਿਣੀ ਉਹਨੂੰ ਆਪਣੇ ਟੱਬਰ ਦੀ ਰਹਿਣੀ ਬਹਿਣੀ ਵਰਗੀ ਲੱਗਦੀ। ਟ੍ਰੇਡ ਯੂਨੀਅਨ ਦਾ ਕੰਮ, ਮਜ਼ਦੂਰਾਂ 'ਚ ਕੰਮ ਕਰਨਾ ਅਸਲੀਅਤ ਸੀ ਤੇ ਰੰਜਨਾ ਨਾਲ ਇਸ਼ਕ ਇੱਕ ਸੁਪਨਾ। ਹੁਣ ਤੇ ਉਹ ਸੁਪਨਾ ਵੀ ਟੁੱਟ ਗਿਆ। ਰੰਜਨਾ ਨੇ ਸਦਾ ਕੇ ਭੇਜਿਆ, ਜਾ ਕੇ ਬੈਠਕ 'ਚ ਬਹਿ ਗਿਆ ਤੇ ਜਦੋਂ ਰੰਜਨਾ ਬੈਠਕ 'ਚ ਆਈ ਤਾਂ ਉਹਨੂੰ ਚੰਬੜ ਕੇ ਚੁੰਮਣਾ ਦੀ ਵਰਖਾ ਕਰਤੀ। ਕੁੰਦਨ ਬੜਾ ਹੈਰਾਨ ਸੀ, ਇਹਨੂੰ ਕੀ ਹੋ ਗਿਆ? ਇਹਨੂੰ ਡਰ ਨਹੀਂ ਕਿ ਅੰਦਰੋਂ ਕੋਈ ਆ ਸਕਦਾ? ਜਦੋਂ ਉਹਦਾ ਰੱਜ ਹੋ ਗਿਆ ਤਾਂ ਕੁੰਦਨ ਨੇ ਉਹਨੂੰ ਸੋਫੇ ਤੇ ਬਾਹਾਂ ਦੀ ਵਲਗਣ 'ਚ ਬਿਠਾ ਲਿਆ ਤੇ ਪੁੱਛਿਆ, ਇਹ ਕੀ? ਮੈਂ ਕਿਹਾ ਤੇਰਾ ਚਾਅ ਲਾ ਦਿਆਂ, ਹੁਣ ਪਤਾ ਨਹੀਂ ਮੇਲ ਹੁੰਦਾ ਕਿ ਨਹੀਂ। ਪਾਪਾ, ਉਹ ਸਾਰੇ ਚੌੜੇ ਬਾਜ਼ਾਰ ਗਏ ਹੋਏ ਨੇ। ਕੁੰਦਨ ਨੂੰ ਸਮਝ ਆ ਗਈ ਕਿ ਦਾਜ ਬਣਨਾ ਸ਼ੁਰੂ ਹੋ ਗਿਆ। ਹੁਣ ਤੇ ਜਾਂਦੀ ਵਾਰ ਦੀ ਬਹਾਰ ਏ। ਕੁੰਦਨ ਨੇ ਵੀ ਝੜੀ ਲਾਤੀ ਤੇ ਫਿਰ ਇੱਕਦਮ ਉੱਠ ਖਲੋਤਾ। ਮੈਂ ਚੱਲਣਾ। ਕਿਉਂ? ਬਹਿ ਜਾ। ਨਹੀਂ ਜਾਣਾ। ਕਿਉਂ ਵੀ? ਕਿਉਂ ਨਹੀਂ ਜਾਣਾ? ਤੂੰ ਸਮਝਦੀ ਏ ਜਦੋਂ ਤੇਰਾ ਜੀ ਕਰੇ ਬੁਲਾ ਲੈ, ਜਦੋਂ ਜੀ ਕਰੇ ਭੇਜ ਦੇਂ, ਜਦੋਂ ਦਿਲ ਕਰੇ ਰਾਜੀ ਕਰ ਲੈ, ਜਦੋਂ ਜੀ ਕਰੇ ਦੁਤਕਾਰ ਦੇਂ।
ਰੰਜਨਾ ਹੈਰਾਨ ਹੋ ਗਈ ਕਿ ਕਹਿੰਦਾ ਕੀ ਪਿਆ, ਇਹਨੂੰ ਹੋ ਕੀ ਗਿਆ। ਗੁੱਸੇ ਨਹੀਂ ਹੋਈਦਾ, ਚਾਹ ਪੀਂਦੇ ਆ। ਉਹ ਬਹਿ ਗਿਆ, ਪਤਾ ਨਹੀਂ ਕਿਉਂ। ਰੰਜਨਾ ਅੰਦਰ ਗਈ ਤੇ ਆ ਕੇ ਉਹਦੇ ਸਾਹਮਣੇ ਕੁਰਸੀ ਤੇ ਇੰਜ ਬਹਿ ਗਈ ਜਿਕਣ ਉਹ ਆਪਣੇ ਪਿਤਾ ਦੀ ਹਾਜ਼ਰੀ 'ਚ ਕੁੰਦਨ ਕੋਲ ਬਹਿੰਦੀ ਹੁੰਦੀ ਸੀ। ਨੌਕਰ ਚਾਹ ਲੈ ਆਇਆ, ਉਹ ਪੀਂਦੇ ਰਹੇ, ਗੱਲਾਂ ਜਿਕਣ ਮੁੱਕ ਗਈਆਂ ਹੋਣ। ਦੋਵੇਂ ਆਪੋ ਆਪਣੇ ਖਿਆਲਾਂ 'ਚ ਗੁਆਚੇ ਹੋਏ। ਕੁੰਦਨ ਨੂੰ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ 'ਚ ਬਿਤਾਈ ਰਾਤ ਯਾਦ ਆਈ। ਜਦੋਂ ਹਾਲੇ ਮੂੰਹ ਹਨੇਰਾ ਹੀ ਸੀ, ਰੰਜਨਾ ਨੇ ਉਹਨੂੰ ਆ ਜਗਾਇਆ ਤੇ ਫਿਰ ਉਹ ਦੋਵੇਂ ਦੁੱਖ ਭੰਜਣੀ ਬੇਰ ਤੋਂ ਪਰੇ ਮੰਜੀ ਸਾਹਿਬ ਦੇ ਸਾਹਮਣੇ ਵਰਾਂਡੇ 'ਚ ਬਹਿ ਕੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੀ ਚਮਕ ਵਿੱਚ ਹਰਮੰਦਰ ਸਾਹਿਬ ਦੇ ਗੁੰਬਦਾਂ ਦਾ ਲਿਸ਼ਕਾਰਾ ਤੱਕਦੇ ਰਹੇ ਸਨ। ਢੁੱਕ ਕੇ ਬੈਠਿਆਂ ਨੂੰ ਆਉਂਦੇ ਜਾਂਦੇ ਲੋਕਾਂ ਦਾ ਕੋਈ ਖਿਆਲ ਨਹੀਂ ਸੀ। ਤੇ ਫਿਰ ਜਦੋਂ ਚੰਗਾ ਦਿਨ ਚੜ੍ਹ ਗਿਆ ਤਾਂ ਰੰਜਨਾ ਨਾਲ ਰਲ ਕੇ ਆਟਾ ਮੰਡੀ 'ਚ ਪੂੜੀਆਂ ਤੇ ਲੱਸੀ ਦਾ ਨਾਸ਼ਤਾ ਕੀਤਾ ਸੀ ਤੇ ਟਾਂਗੇ ਤੇ ਬਹਿ ਕੇ ਕੁੰਦਨ ਨੂੰ ਲੁਧਿਆਣੇ ਦੀ ਵਾਪਸੀ ਗੱਡੀ ਤੇ ਚੜ੍ਹਾ ਗਈ ਸੀ। ਉਦੋਂ ਕੁੰਦਨ ਨੂੰ ਚੇਤਾ ਵੀ ਨਹੀਂ ਸੀ ਕਿ ਆਹ ਦਿਨ ਵੀ ਵੇਖਣੇ ਪੈਣਗੇ। ਸ਼ਾਇਦ ਉਹ ਸਮਾਜ ਦੇ ਵਰਤਾਰੇ ਦੀ ਅਸਲੀਅਤ ਦਾ ਕਰਾਰਾ ਗਿਆਨ ਹੋ ਚੁੱਕਾ ਸੀ। ਭਾਵੇਂ ਉਹ ਜਾਣ ਲੱਗਿਆ ਰੰਜਨਾ ਦਾ ਸ਼ੁਕਰਗੁਜ਼ਾਰ ਸੀ ਜਿਹਨੇ ਉਹਨੂੰ ਇਹਨਾਂ ਸੁਪਨਿਆਂ ਦੀ ਦੁਨੀਆ ਦੀ ਸੈਰ ਕਰਾਈ ਸੀ। ਭਾਗ ਪਹਿਲਾ, ਅੰਗ 13। ਜਿਸ ਦਿਨ ਸਾਹਿਰ ਲੁਧਿਆਣਵੀ ਦੀ ਨਾਨੀ ਨੂੰ ਉਹਨਾਂ ਦੇ ਘਰੋਂ ਕੱਢਿਆ, ਉਸ ਦਿਨ ਕੁੰਦਨ ਤੇ ਉਹਦੇ ਦੋਸਤਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਉਹ ਨਾਨੀ ਨੂੰ ਮਹਿਫੂਜ਼ ਥਾਂ ਤੇ ਪਹੁੰਚਾ ਸਕਣਗੇ। ਸਾਰੇ ਪਾਸਿਆਂ ਤੋਂ ਫਸਾਦਾਂ ਦੀਆਂ ਖਬਰਾਂ ਪਈਆਂ ਆਉਂਦੀਆਂ ਸਨ। ਦਰੇਸੀ ਗਰਾਊਂਡ ਵਾਲੇ ਪਾਸੇ ਦੇ ਸਾਰੇ ਮੁਸਲਮਾਨ ਘਰ ਛੱਡ ਕੇ ਰੇਲਵੇ ਲਾਈਨਾਂ ਤੇ ਜਮ੍ਹਾਂ ਹੋ ਗਏ ਸਨ। ਬਾਰਿਸ਼ਾਂ ਬੜੀਆਂ ਹੋਈਆਂ ਸਨ, ਇਸ ਲਈ ਕਿਲੇ ਦੇ ਪਿੱਛੇ ਜਿਹੜਾ ਕੈਂਪ ਲੱਗਾ ਸੀ ਉੱਥੇ ਵੀ ਗੋਡੇ ਪਾਣੀ ਇਕੱਠਾ ਹੋ ਗਿਆ ਸੀ। ਕੁੰਦਨ ਦੇ ਬਚਪਨ ਦੇ ਕਈ ਮੁਸਲਮਾਨ ਦੋਸਤ ਉਸ ਕੈਂਪ ਵਿੱਚ ਸਨ, ਪਰ ਕੁੰਦਨ ਹੋਰੀ ਸਿਵਾਏ ਰਾਸ਼ਨ ਪਾਣੀ ਦੀ ਥੋੜ੍ਹੀ ਬਾਹਲੀ ਮਦਦ ਦੇ ਹੋਰ ਕੁਝ ਨਹੀਂ ਸੀ ਕਰ ਸਕਦੇ। ਉੱਧਰ ਜਾਣ ਦਾ ਰਸਤਾ ਹੀ ਕੋਈ ਨਹੀਂ ਸੀ। ਸਭਨੀ ਪਾਸੇ ਪੁਲਿਸ ਜਾਂ ਫੌਜਾਂ ਦਾ ਪਹਿਰਾ ਹੁੰਦਾ ਸੀ। ਪਰ ਸਾਹਿਰ ਦੇ ਬੰਬਈ ਚਲੇ ਜਾਣ ਪਿੱਛੋਂ ਉਹਦੇ ਯਾਰਾਂ ਦੋਸਤਾਂ ਨੇ ਪਹਿਲਾਂ ਉਹਦੀ ਨਾਨੀ ਨੂੰ ਲੁਕਵੀਂ ਥਾਂ ਤੇ ਪਹੁੰਚਾਉਣ ਦੀ ਸਕੀਮ ਬਣਾਈ। ਬੁਰਕਾ ਉਹਨੂੰ ਪਵਾ ਨਹੀਂ ਸੀ ਸਕਦੇ ਕਿਉਂਕਿ ਇਹ ਤੇ ਖਤਰਾ ਮੁੱਲ ਲੈਣ ਵਾਲੀ ਗੱਲ ਹੋਣੀ ਸੀ, ਤੇ ਟੋਰ ਕੇ ਵੀ ਉਹਨੂੰ ਲਿਜਾਣਾ ਥੋੜ੍ਹਾ ਔਖਾ ਸੀ ਕਿਉਂਕਿ ਬੁੱਢੀ ਜਨਾਨੀ ਜਗਰਾਉਂ ਦੇ ਪੁਲ ਤੋਂ ਚੜ੍ਹ ਕੇ ਕਿਵੇਂ ਜਾਏਗੀ। ਓਮੀ ਸੱਬਰਵਾਲ ਦੇ ਘਰ ਤਾਈਂ ਬੜੀ ਸਮੱਸਿਆ ਸੀ। ਅਖੀਰ ਉਹਨਾਂ SP ਨੂੰ ਮਿਲ ਕੇ ਉਹਦੇ ਕੋਲੋਂ ਸਹਾਇਤਾ ਮੰਗੀ। SP ਕਹਿਣ ਲੱਗਾ, ਜੇ ਮੈਂ ਜ਼ਿਆਦਾ ਸਿਪਾਹੀ ਭੇਜਾਂਗਾ ਲੋਕਾਂ ਨੇ ਤੁਹਾਡੇ ਮਗਰ ਲੱਗ ਜਾਣਾ ਤੇ ਜਿੱਥੇ ਉਹਨਾਂ ਨੂੰ ਲੈ ਕੇ ਜਾਓਗੇ ਉੱਥੇ ਹੀ ਉਹਨਾਂ ਨੇ ਪਹੁੰਚ ਜਾਣਾ, ਇਸ ਲਈ ਤੁਸੀਂ ਇੱਕ ਸਿਪਾਹੀ ਲੈ ਜਾਓ, ਤੁਹਾਡੀ ਹਿਫਾਜ਼ਤ ਵੀ ਹੋ ਜਾਏਗੀ ਤੇ ਬਹੁਤੇ ਲੋਕਾਂ ਨੂੰ ਸ਼ੱਕ ਵੀ ਨਹੀਂ ਹੋਏਗਾ। ਪਰ ਉਹੀ ਗੱਲ ਹੋਈ ਜਿਹਦਾ ਡਰ ਸੀ। ਜਿਸ ਵੇਲੇ ਜਗਰਾਉਂ ਦਾ ਪੁਲ ਟੱਪ ਕੇ ਉਹ ਸੁਖਰਾਮ ਨਗਰ ਦੀ ਗਲੀ 'ਚ ਵੜੇ, ਕਈ ਮੁਸ਼ਟੰਡੇ ਇਕੱਠੇ ਹੋ ਗਏ। ਉਹਨਾਂ ਦੇ ਪਿੱਛੇ ਟੁਰਨ ਲੱਗ ਪਏ। ਮੁਸਲਮਾਨ ਲੱਗਦੀ ਏ, ਨਾਲ ਕੌਣ ਏ? ਸਿਪਾਹੀ ਵੀ ਏ। ਕੋਈ ਗੱਲ ਤੇ ਹੈ, ਹਿੰਦੂਆਂ ਨੂੰ ਸਿਪਾਹੀ ਦੀ ਕੀ ਲੋੜ? ਸਬੱਬੀ ਉਸ ਮੁੰਡੀਰ 'ਚੋਂ ਕਿਸੇ ਨੇ ਪਹਿਲਾਂ ਕਦੀ ਸਾਹਿਰ ਦੀ ਨਾਨੀ ਨੂੰ ਵੇਖਿਆ ਨਹੀਂ ਸੀ ਹੋਇਆ, ਨਹੀਂ ਤੇ ਕੋਈ ਬਹਾਨਾ ਜਾਂ ਝੂਠ ਨਹੀਂ ਸੀ ਚੱਲ ਸਕਣਾ। ਵੇਖ ਵੀ ਕਿਵੇਂ ਸਕਦੇ ਸੀ ਪਰਦਾ ਨਸ਼ੀਨ ਔਰਤ ਨੂੰ? ਕੌਣ ਏ ਓਏ? ਇਹ ਬੁੱਢੀ ਮੇਰੀ ਨਾਨੀ ਏ। ਤੇਰੀ ਨਾਨੀ ਕਿਵੇਂ ਹੋ ਗਈ? ਮੁਸਲਮਾਨੀ ਲੱਗਦੀ। ਮੇਰੀ ਨਾਨੀ ਏ, ਬਿੰਦੀ ਨਹੀਂ ਲੱਗੀ ਹੋਈ ਇਹਦੇ ਮੱਥੇ ਤੇ। ਝੂਠੇ। ਉਹ ਜ਼ਰਾ ਅਗੇਰੇ ਹੋਏ ਜਿੱਕਣ ਨਾਨੀ ਨੂੰ ਬਾਹੋਂ ਫੜਨਾ ਹੋਏ। ਉਹ ਸੁੰਗੜ ਕੇ ਕੁੰਦਨ ਦੇ ਨਾਲ ਲੱਗ ਗਈ। ਕੁੰਦਨ, ਉਹਦੇ ਮੂੰਹੋਂ ਡਰਿਆ ਹੋਇਆ ਨਾਂ ਨਿਕਲਿਆ। ਹਿੰਦੂਆਂ ਦੀ ਭੀੜ ਤੱਕ ਕੇ ਸਿਪਾਹੀ ਵਿਚਾਰਾ ਵੀ ਘਬਰਾ ਗਿਆ। ਉਹਨਾਂ ਦਿਨਾਂ 'ਚ ਕੁਝ ਵੀ ਹੋ ਸਕਦਾ ਸੀ। ਸਿਪਾਹੀ ਨੂੰ ਵੀ ਆਪਣੀ ਜਾਨ ਪਿਆਰੀ ਹੋਣੀ ਹੈ। ਆਇਆ ਭਾਵੇਂ ਉਹ ਹਿਫਾਜ਼ਤ ਦੇਣ ਸੀ, ਪਰ ਇਹਨੂੰ ਕੀ ਪਈ ਸੀ ਇੱਕ ਮੁਸਲਮਾਨ ਬੁੱਢੀ ਲਈ ਆਪਣੀ ਜਾਨ ਖਤਰੇ 'ਚ ਪਾ ਲਏ। ਉਹ ਪਿੱਛੇ ਹਟ ਕੇ ਖੜਾ ਰਿਹਾ। ਇੰਜ ਲੱਗਦਾ ਸੀ ਜਿਕਣ ਕੁੰਦਨ ਨੂੰ ਕੁਝ ਕਹਿਣਾ ਚਾਹੁੰਦਾ ਹੋਵੇ, ਪਰ ਚੰਗਾ ਕੀਤਾ ਕਿ ਚੁੱਪ ਰਿਹਾ। ਜੇ ਉਹ ਕੁਝ ਬੋਲਦਾ ਤਾਂ ਭੀੜ ਨੂੰ ਪੱਕਾ ਪਤਾ ਲੱਗ ਜਾਣਾ ਸੀ ਵੀ ਇਹ ਬੁੱਢੀ ਮੁਸਲਮਾਨੀ ਹੈ। ਖਬਰਦਾਰ ਜੇ ਕੋਈ ਮੇਰੀ ਨਾਨੀ ਦੇ ਨੇੜੇ ਆਇਆ। ਵੇਖੋ, ਅਸੀਂ ਕਮਿਊਨਿਸਟ ਹਾਂ। ਜੇ ਮੈਨੂੰ ਜਾਂ ਮੇਰੀ ਨਾਨੀ ਨੂੰ ਕੁਝ ਹੋ ਗਿਆ ਤਾਂ ਤੁਹਾਨੂੰ ਕਿਸੇ ਨੇ ਨਹੀਂ ਛੱਡਣਾ। ਮੇਰੇ ਸਾਥੀ ਬਦਲਾ ਲੈਣਗੇ। ਮਤਾ ਭੁਲੇਖੇ 'ਚ ਫਿਰਦੇ ਹੋਵੋ। ਜਾਪਦਾ ਸੀ ਭੀੜ ਤੇ ਇਹਨਾਂ ਲਫ਼ਜ਼ਾਂ ਦਾ ਅਸਰ ਹੋਇਆ। ਉਸ ਵੇਲੇ ਕਮਿਊਨਿਸਟਾਂ ਦਾ ਦਬਦਬਾ ਹੁੰਦਾ ਸੀ। ਲੋਕ ਤੇ ਇਹੋ ਸਮਝਦੇ ਸੀ ਕਿ ਇਹਨਾਂ ਦੇ ਥੈਲੇ 'ਚ ਬੰਬ ਜਾਂ ਪਿਸਤੌਲ ਜ਼ਰੂਰ ਹੁੰਦਾ ਹੈ। ਗੌਰਮੈਂਟ ਵੀ ਇਹਨਾਂ ਕੋਲੋਂ ਬੰਬ ਦੀ ਤਲਾਸ਼ ਹੀ ਕਰਦੀ ਹੈ। ਜੇ ਨਾ ਹੋਵੇ ਤਾਂ ਉਹਨਾਂ ਦੇ ਨਾਮ ਪਾ ਦਿੰਦੀ ਹੈ। ਪਰ ਉਸ ਦਿਨ ਉਸ ਵੇਲੇ ਧਮਕੀ ਚੱਲ ਗਈ ਤੇ ਭੀੜ ਨੇ ਉਹਨਾਂ ਨੂੰ ਰਾਹ ਦੇ ਦਿੱਤਾ। ਨਾਨੀ ਸਹੀ ਸਲਾਮਤ ਟਿਕਾਣੇ ਪਹੁੰਚ ਗਈ ਤੇ ਫਿਰ ਉਹ ਤੇ ਸਾਹਿਰ ਦੀ ਵਾਲਿਦਾ ਜਦੋਂ ਸਾਹਿਰ ਕੋਲ ਬੰਬਈ ਪਹੁੰਚ ਗਈਆਂ ਤਾਂ ਕਮਿਊਨਿਸਟ ਪਾਰਟੀ ਦੇ ਰੇਲਵੇ ਯੂਨੀਅਨ ਨੇ ਉਹਨਾਂ ਦੇ ਮਕਾਨ 'ਚ ਆਪਣੇ ਦਫ਼ਤਰ ਬਣਾ ਲਏ। ਹੁਣ ਨਾਨੀ ਨੂੰ ਟਿਕਾਣੇ ਪਹੁੰਚਾ ਕੇ ਕੁੰਦਨ ਨੂੰ ਇੰਜ ਲੱਗਾ ਜਿਕਣ ਉਹ ਕਾਫਰ ਤੋਂ ਮੁਸਲਮਾਨ ਹੋ ਗਿਆ ਹੋਵੇ। ਨਿੱਕਿਆਂ ਹੁੰਦਿਆਂ ਉਹ ਮੁਸਲਮਾਨ ਬੇਲੀਆਂ ਨਾਲ ਚੀਚੋ ਚੀਚ ਗਨੇਰੀਆਂ
ਦੋ ਤੇਰੀਆਂ ਦੋ ਮੇਰੀਆਂ ਦੀ ਖੇਡ ਖੇਡਦਾ ਹੁੰਦਾ ਸੀ। ਦੋ ਟੋਲੀਆਂ ਬਣ ਜਾਂਦੀਆਂ ਤੇ ਲੁਕਵੀਆਂ ਥਾਵਾਂ ਤੇ ਲੀਕਾਂ ਮਾਰਨ ਦਾ ਮੁਕਾਬਲਾ ਹੁੰਦਾ। ਇੱਕ ਦੂਜੇ ਦੀਆਂ ਮਾਰੀਆਂ ਹੋਈਆਂ ਲੀਕਾਂ ਕੱਟ ਦਿੰਦੇ ਤੇ ਜਿਹੜੀਆਂ ਨਾ ਲੱਭੀਆਂ ਜਾਂਦੀਆਂ ਉਹਨਾਂ ਦੀ ਗਿਣਤੀ ਕਰਕੇ ਜਿਸ ਧਿਰ ਦੀਆਂ ਵਧੇਰੇ ਹੁੰਦੀਆਂ ਉਹ ਧਿਰ ਜਿੱਤ ਜਾਂਦੀ। ਅਸ਼ਰਫ, ਜਿਹਨੂੰ ਸਾਰੇ ਲਾਲਾ ਕਹਿੰਦੇ ਸੀ, ਹਮੇਸ਼ਾ ਕੁੰਦਨ ਦਾ ਹੀ ਸਾਥੀ ਬਣਦਾ। ਲਾਲਾ ਕੁੰਦਨ ਨੂੰ ਲੈ ਕੇ ਮਸੀਤ 'ਚ ਜਾ ਵੜਦਾ ਤੇ ਉੱਥੇ ਲੀਕਾਂ ਲਾ ਦਿੰਦੇ ਤੇ ਹਮੇਸ਼ਾ ਜਿੱਤ ਦਿੰਦੇ। ਹਿੰਦੂ ਮੁੰਡੇ ਮਸੀਤ 'ਚ ਤੇ ਜਾ ਨਹੀਂ ਸੀ ਸਕਦੇ। ਇੱਕ ਦਿਨ ਮੌਲਵੀ ਨੂੰ ਕਿਸੇ ਮੁੰਡੇ ਨੇ ਸ਼ਿਕਾਇਤ ਕਰਤੀ ਕਿ ਲਾਲੇ ਨਾਲ ਆਉਣ ਵਾਲਾ ਕੁੰਦਨ ਤੇ ਹਿੰਦੂਆਂ ਦਾ ਮੁੰਡਾ ਹੈ। ਉਹਨੇ ਲਾਲੇ ਨੂੰ ਫੜ ਲਿਆ। ਓਏ ਲਾਲੇ, ਤੂੰ ਕਾਫਰ ਨੂੰ ਕਿਉਂ ਲੈ ਕੇ ਮਸੀਤੇ ਆਉਣਾ? ਸਾਰੇ ਬੱਚੇ ਬੜੇ ਹੈਰਾਨ ਹੋਏ ਕਿ ਕਾਫਰ ਕੌਣ ਹੁੰਦਾ। ਕਹਿਣ ਲੱਗੇ, ਜੀ ਇਹ ਤੇ ਕੁੰਦਨ ਹੀ, ਕਾਫਰ ਨਹੀਂ। ਇਹ ਤੇ ਸਾਡੇ ਘਰ ਦੇ ਨਾਲ ਹੀ ਰਹਿੰਦਾ ਹੈ। ਮੌਲਵੀ ਨੂੰ ਇਸ ਮਾਸੂਮੀਅਤ ਦੀ ਸਮਝ ਨਹੀਂ ਆਈ। ਹਿੰਦੂਆਂ ਦੇ ਮੁੰਡੇ ਕਾਫਰ ਹੀ ਹੁੰਦੇ ਨੇ। ਇਹ ਕੁੰਦਨ ਦਾ ਪਹਿਲਾ ਸਬਕ ਸੀ ਜਿਹਨੇ ਉਹਨੂੰ ਸ਼ਰਮਿੰਦਾ ਕੀਤਾ ਸੀ। ਮੁਹੱਲਾ ਮੁਸਲਮਾਨਾਂ ਦਾ ਸੀ ਤੇ ਇਸ ਲਈ ਦੋਸਤੀ ਵੀ ਉਹਨਾਂ ਮੁੰਡਿਆਂ ਨਾਲ ਸੀ। ਉਦੋਂ ਸਾਰੇ ਸਕੂਲਾਂ 'ਚ ਉਰਦੂ ਤੋਂ ਹੀ ਪੜ੍ਹਾਈ ਸ਼ੁਰੂ ਹੁੰਦੀ ਸੀ। ਪਹਿਲਾਂ ਜੈਨ ਸਕੂਲ ਵਿੱਚ, ਫਿਰ ਆਰੀਆ ਸਕੂਲ 'ਚ, ਤੇ ਉਹਨੇ ਉਰਦੂ ਹੀ ਪੜ੍ਹਾਈ ਸ਼ੁਰੂ ਕੀਤੀ। 7ਵੀਂ ਜਮਾਤ 'ਤੇ ਚੜ੍ਹਨ ਤੱਕ ਉਰਦੂ ਹੀ ਪੜ੍ਹਦਾ ਰਿਹਾ। 7ਵੀਂ ਜਮਾਤ ਸੀ ਕਿ ਇੱਕ ਦਿਨ ਪੰਡਤ ਜੈਦੇਵ ਸਿੰਘ ਤੇ ਹੋਰ 2-4 ਲੜਕੇ ਉਹਦੇ ਕੋਲ ਆ ਗਏ। ਕੁੰਦਨ, ਤੂੰ ਮੁਸਲਮਾਨ ਹੋ ਗਿਆ? ਨਹੀਂ ਤੇ ਜੇ ਨਹੀਂ ਤੇ ਫਿਰ ਤੂੰ ਮੁਸਲਮਾਨਾਂ ਦੀ ਜ਼ਬਾਨ ਕਿਉਂ ਪੜ੍ਹਦਾ ਹੈ? ਨਹੀਂ, ਇਹ ਤੇ ਉਰਦੂ ਹੈ, ਸਾਰੇ ਪੜ੍ਹਦੇ ਨੇ। ਤੂੰ ਗਊ ਖਾਏਂਗਾ? ਕੁੰਦਨ ਇਹ ਸੁਣ ਕੇ ਬੌਂਦਲ ਗਿਆ। ਉਰਦੂ ਪੜ੍ਹਨ ਵਾਲੇ ਗਊ ਖਾਣ ਦਾ ਕੀ ਮੇਲ? ਉਹਨੇ ਕਿਹਾ, ਮੈਂ ਬਿਲਕੁਲ ਗਊ ਨਹੀਂ ਖਾਵਾਂਗਾ। ਭਾਵੇਂ ਉਹਦੇ ਤਾਈ ਤਾਇਆ ਬਾਹਲੀ ਪੂਜਾ ਪਾਠ ਕਰਨ ਵਾਲੇ ਨਹੀਂ ਸੀ, ਪਰ 7ਵੀਂ ਜਮਾਤ ਤੱਕ ਪੜ੍ਹਦਿਆਂ ਤਾਈਂ ਕੁੰਦਨ ਨੂੰ ਇੰਨਾ ਪਤਾ ਤੇ ਲੱਗ ਹੀ ਗਿਆ ਸੀ ਕਿ ਹਿੰਦੂ ਗਊ ਨਹੀਂ ਖਾਂਦੇ। ਫਿਰ ਉਹ ਤੇ ਹੈ ਵੇ ਬਾਹਮਣਾ ਦਾ ਮੁੰਡਾ ਸੀ। ਜੇ ਤੂੰ ਗਊ ਨਹੀਂ ਖਾਣੀ ਤਾਂ ਤੂੰ ਉਰਦੂ ਛੱਡ ਦੇ, ਹਿੰਦੀ ਲੈ ਲੈ। ਕੁੰਦਨ ਨੇ ਉਰਦੂ ਛੱਡ ਦਿੱਤੀ, ਪਰ ਬਚਪਨ ਦੀ ਉਰਦੂ ਨਾਲ ਯਾਰੀ ਕਰਕੇ ਉਹਨੂੰ ਸਾਰੀ ਉਮਰ ਉਰਦੂ ਚੰਗੀ ਲੱਗਦੀ ਰਹੀ। ਭਾਵੇਂ BA ਤੱਕ ਉਹਨੇ ਹਿੰਦੀ ਪੜ੍ਹੀ ਸੀ, ਪਰ ਹਿੰਦੀ ਉਹਨੂੰ ਸਦਾ ਫਿੱਕੀ ਜ਼ੁਬਾਨ ਲੱਗਦੀ। ਤੇ ਜਦੋਂ ਉਹਨੇ ਸਾਹਿਰ ਦੀ ਨਾਨੀ ਨੂੰ ਬਚਾਇਆ ਸੀ, ਉਹਨੂੰ ਇੰਜ ਲੱਗਾ ਜਿਕਣ ਉਹਨੇ ਉਰਦੂ ਤਾਈਂ ਆਪਣਾ ਕਰਜ਼ਾ ਚੁਕਾ ਦਿੱਤਾ ਹੋਵੇ ਤੇ ਕਾਫਰ ਤੋਂ ਮੁਸਲਮਾਨ ਹੋਣ ਦਾ ਮਿਹਣਾ ਵੀ ਪੂਰਾ ਕਰ ਦਿੱਤਾ ਹੋਵੇ। ਅੱਜ ਤੱਕ ਜਿੰਨੀ ਵੀ ਸ਼ਾਇਰੀ ਉਹਨੇ ਕੀਤੀ ਸੀ ਉਰਦੂ ਵਿੱਚ ਹੀ ਸੀ, ਤੇ ਫਿਰ ਪਿੱਛੋਂ ਜਾ ਕੇ ਜਦੋਂ ਪੰਜਾਬੀ ਦੀ ਚੜ੍ਹਤ ਹੋਈ ਤੇ ਆਪਣੀ ਮਾਤ ਭਾਸ਼ਾ 'ਚ ਲਿਖਣ ਦਾ ਸਿਧਾਂਤ ਸਮਝ ਆਇਆ ਤਾਂ ਅਹਿਸਾਸ ਜਾਗਿਆ ਤੇ ਉਹਨੇ ਉਰਦੂ ਦੇ ਨਾਲ ਪੰਜਾਬੀ ਵਿੱਚ ਵੀ ਲਿਖਣਾ ਸ਼ੁਰੂ ਕਰ ਦਿੱਤਾ। ਉਹ ਨਜ਼ਮਾਂ ਜਿਹੜੀਆਂ ਉਸ ਰੰਜਨਾ ਨੂੰ ਸੁਣਾਈਆਂ ਸਨ, ਸਾਰੀਆਂ ਉਰਦੂ 'ਚ ਹੀ ਸਨ। ਫਸਾਦ ਹਾਲੀ ਹੋਏ ਜਾਂਦੇ ਸਨ। ਪਾਕਿਸਤਾਨ ਬਣਿਆ ਵੀ ਬਾਹਲੇ ਦਿਨ ਨਹੀਂ ਸਨ ਹੋਏ। ਕੁੰਦਨ ਨੂੰ ਇਹ ਗੱਲ ਸਮਝਣ 'ਚ ਮੁਸ਼ਕਿਲ ਨਹੀਂ ਸੀ ਹੋਈ ਕਿ ਅੰਗਰੇਜ਼ਾਂ ਨੇ ਪਾਕਿਸਤਾਨ ਬਣਾ ਕੇ ਐਸਾ ਦਾ ਖੇਡਿਆ ਸੀ ਕਿ ਕਾਂਗਰਸ ਦੇ ਸਾਰੇ ਸਾਮਰਾਜ ਵਿਰੋਧੀ ਪੈਂਤੜੇ ਨੂੰ ਇੱਕੋ ਚਾਲ ਨਾਲ ਪਛਾੜ ਦਿੱਤਾ। ਸਾਮਰਾਜਵਾਦ ਉਹਨਾਂ ਦੇ ਸੀਨੇ ਤੇ ਚੜ੍ਹ ਬੈਠਾ ਸੀ ਤੇ ਨਾਲੇ ਕਿਹੋ ਜਿਹੀ ਆਜ਼ਾਦੀ ਸੀ ਜਿਹਨੂੰ ਹਾਸਲ ਕਰਨ ਲਈ ਸ਼ਹੀਦਾਂ ਦੀ ਕੁਰਬਾਨੀ ਅੰਜਾਈ ਗਈ ਜਾਪਦੀ। ਹੁਣ ਇਹਨਾਂ ਮਾਸੂਮਾਂ ਨੂੰ ਕੁਰਬਾਨੀ ਦੇਣੀ ਪੈ ਰਹੀ ਸੀ, ਜਿਹੜੇ ਇੱਧਰ ਵੀ ਤੇ ਉੱਧਰ ਵੀ ਪਏ ਮਰਦੇ ਸਨ। ਕਾਹਦੀ ਆਜ਼ਾਦੀ ਸੀ ਕਿ ਸਾਰਾ ਦੇਸ਼ ਉੱਜੜ ਪੁੱਜੜ ਗਿਆ? ਜੇ ਸਾਹਿਰ ਲੁਧਿਆਣਾ ਛੱਡ ਕੇ ਪਹਿਲਾਂ ਹੀ ਫਿਲਮਾਂ 'ਚ ਨਾ ਚਲਾ ਗਿਆ ਹੁੰਦਾ ਤਾਂ ਕੀ ਪਤਾ ਸਾਹਿਰ ਨਾਲ ਕੀ ਹੁੰਦਾ। ਉਹਨੂੰ ਅਸੀਂ ਬਚਾ ਸਕਦੇ ਕਿ ਨਾ ਬਚਾ ਸਕਦੇ। ਇੱਧਰੋਂ ਲਾਸ਼ਾਂ ਉੱਧਰ ਜਾਂਦੀਆਂ ਗੱਡੀਆਂ 'ਚ, ਨਹਿਰਾਂ ਵਿੱਚ, ਤੇ ਉੱਧਰੋਂ ਲਾਸ਼ਾਂ ਇੱਧਰ ਆਉਂਦੀਆਂ ਸੀ। ਇਹ ਕਿਹੜਾ ਵਟਾਂਦਰਾ ਸੀ ਜਿਸ 'ਚ ਜਿਉਂਦੇ ਵੀ ਆਉਂਦੇ ਜਾਂਦੇ ਪਏ ਸਨ ਤੇ ਮਰੇ ਹੋਏ ਵੀ। ਕੁੰਦਨ ਹੋਰਾਂ ਦੀ ਪਾਰਟੀ ਤੇ ਕਹਿ ਦਿੱਤਾ ਸੀ ਕਿ ਸੱਚੀ ਸੁੱਚੀ ਦੀ ਆਜ਼ਾਦੀ ਨਹੀਂ, ਇਹ ਤੇ ਦਾਗੀ ਆਜ਼ਾਦੀ ਏ। ਭਾਵੇਂ ਕਮਿਊਨਿਸਟ ਪਾਰਟੀ ਨੇ ਮਾਸੂਮ ਲੋਕਾਂ ਦੇ ਕਤਲ ਕਰਕੇ ਇਹਨੂੰ ਦਾਗੀ ਆਜ਼ਾਦੀ ਜਾਂ ਝੂਠੀ ਆਜ਼ਾਦੀ ਨਹੀਂ ਸੀ ਕਿਹਾ। ਉਹਨਾਂ ਦਾ ਮਤਲਬ ਤੇ ਇਹ ਸੀ ਕਿ ਕਾਂਗਰਸ ਨੇ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਤੇ ਤਾਕਤ ਸਰਮਾਏਦਾਰਾਂ ਤੇ ਜਾਗੀਰਦਾਰਾਂ ਦੇ ਹੱਥ ਆਈ ਏ, ਲੋਕਾਂ ਦੇ ਹੱਥ ਨਹੀਂ। ਉਹ ਤੇ ਇਹੋ ਸੋਚਦੇ ਸੀ ਆਜ਼ਾਦੀ ਹੋਰ ਤਰ੍ਹਾਂ ਆਏਗੀ, ਹਥਿਆਰਬੰਦ ਤਰੀਕੇ ਨਾਲ। ਇਸੇ ਲਈ ਉਹ ਇਹ ਕਹਿਣ ਲੱਗ ਪਏ ਕਿ ਅਸਲੀ ਆਜ਼ਾਦੀ ਤੇ ਹਾਲੀ ਆਉਣੀ ਹੈ, ਅਸਾਂ ਲਿਆਉਣੀ ਹੈ। ਹੋਏਗੀ ਉਹ ਆਜ਼ਾਦੀ ਵੀ ਲਹੂ ਲੁਹਾਨ ਏ, ਜੇਕਰ ਹੁਣ ਦੀ ਆਜ਼ਾਦੀ ਲਹੂ ਲੁਹਾਨ ਏ, ਪਰ ਉਦੋਂ ਲਹੂ ਮਾਸੂਮਾਂ ਦਾ ਨਹੀਂ, ਬਹਾਦਰਾਂ ਦਾ ਡੁੱਲੇਗਾ ਜਿਹੜੇ ਆਜ਼ਾਦੀ ਲਈ ਲੜਨਗੇ। ਰੰਜਨਾ ਦੀ ਯਾਦ ਭੁੱਲ ਭੁਲਾ ਗਈ ਕਿਉਂਕਿ ਉਹਨਾਂ ਦਿਨਾਂ ਵਿੱਚ ਹੀ ਪਾਰਟੀ ਕਮਿਊਨ ਵਿੱਚ ਇੱਕ ਕਾਮਰੇਡ ਕੁੜੀ ਆਈ ਜਿਹੜੀ ਕੁੰਦਨ ਨੂੰ ਚੰਗੀ ਲੱਗੀ। ਉਹਨੇ ਉਹਨੂੰ ਅਖਬਾਰ ਦੇਣ ਜਾਇਆ ਕਰਨਾ ਤੇ ਨਵੇਂ ਸਿਰਿਓਂ ਸੁਪਨੇ ਲੈਣੇ ਸ਼ੁਰੂ ਕੀਤੇ। ਉਹ ਸੁਪਨੇ ਜਿਹੜੇ ਪੂਰੇ ਹੋਣ ਦੀ ਆਸ ਉਹਨੇ ਲਾਈ ਹੋਈ ਨਹੀਂ ਸੀ। ਧੰਨਵਾਦ।